ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਸਫਲ ਜਨਮ ਮੁਕੋ ਗੁਰ ਕੀਨਾ, ਦੁਖ ਵਿਸਾਰ ਸੁਖ ਅੰਤਰ ਲੀਨਾ। ਗਿਆਨ ਅੰਜਨ ਮੁਕੋ ਗੁਰ ਦੀਨਾ, ਰਾਮ ਨਾਮ ਬਿਨ ਜੀਵਨ ਮਨ ਹੀਨਾ। ਨਾਮ ਦੇ ਸਿਮਰਨ ਕਰ ਜਾਨਾ, ਜਗ ਜੀਵਨ ਸਿਉ ਜਿਉ ਸਮਾਨਾ। ਨਾਮ ਦੇ ਸਿਮਰਨ ਕਰ ਜਾਨਾ, ਜਗ ਜੀਵਨ ਸਿਉ ਜਿਉ ਸਮਾਨਾ। ਸਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੇਵਤ ਰਹੈ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਸੁੱਖਾਂ ਦੇ ਸਾਗਰ, ਦਇਆ ਦੇ ਖਜ਼ਾਨੇ, ਰੂਹਾਨੀਅਤ ਦੇ ਮੁਜੱਸਮੇ, ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਪਾਵਨ ਹਜ਼ੂਰੀ ਦੇ ਵਿੱਚ ਸੱਜ ਕੇ ਧੁਰ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਗੁਰੂ ਸਵਾਰਿਓ, ਜਿੱਥੇ ਬੜੇ ਪਿਆਰ ਬੜੇ ਅਦਬ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੱਟੀ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਜੋ ਪਾਵਨ ਬਚਨ ਸਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਇਹਨਾਂ ਪਾਵਨ ਬਚਨਾਂ ਦੀ ਵਿਚਾਰ ਦੇ ਵਿੱਚ ਵੀ ਹਾਜ਼ਰੀ ਲਵਾਉਣ ਦਾ ਯਤਨ ਕਰਨਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਅਸਾਂ ਸਾਰੇ ਜੀਵਾਂ ਨੂੰ ਕ੍ਰੀਏਟ ਕਰਨ ਵਾਲਾ ਹੈ। ਉਹ ਕ੍ਰੀਏਟਰ ਹੈ। ਜਿਹੜਾ ਗੁਰਮੁਖੀ ਦਾ ਅੱਖਰ ਹੈ ਨਾ, ਲੈਟਰ ਹੈ ਸੱਸਾ, ਉਸ ਸੱਸੇ ਅੱਖਰ ਦੇ ਰਾਹੀਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਹ ਪਰਮਾਤਮਾ ਸਾਡਾ ਕ੍ਰੀਏਟਰ ਹੈ, ਸਾਡਾ ਮਾਲਕ ਹੈ ਸਾਰਿਆਂ ਦਾ। ਤੇ ਜਿਹੜਾ ਵੀ ਉਸ ਮਾਲਕ ਦੀ ਯਾਦ ਵਿੱਚ ਜੁੜ ਗਿਆ, ਜਿਸ ਨੇ ਵੀ ਆਪਣੇ ਆਪ ਨੂੰ ਉਸ ਪਰਮਾਤਮਾ ਦੀ ਸੇਵਾ ਦੇ ਵਿੱਚ ਅਰਪਣ ਕਰ ਦਿੱਤਾ, ਸਾਹਿਬ ਜੀ ਕਹਿੰਦੇ ਉਸ ਇਨਸਾਨ ਦਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਗਿਆ। ਉਹਦਾ ਇਸ ਜਗਤ ਦੇ ਵਿੱਚ, ਇਸ ਦੁਨੀਆ ਦੇ ਵਿੱਚ, ਇਸ ਵਰਲਡ ਦੇ ਵਿੱਚ ਆਉਣਾ ਸਫਲ ਹੋ ਗਿਆ, ਜਿਸ ਨੇ ਉਸ ਪਰਮਾਤਮਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਸਤਿਗੁਰੂ ਜੀ ਕੀ ਇਹਨਾਂ ਬਚਨਾਂ ਦੇ ਵਿੱਚ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਇਹੀ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੇ ਕਰਨੇ ਨੇ।
ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਦੋਂ ਦੁਨੀਆ ਦੇ ਵੱਲ ਝਾਤ ਮਾਰੀਦੀ ਹੈ ਤਾਂ ਐਸਾ ਕੋਈ ਇਨਸਾਨ ਸੰਸਾਰ ਦੇ ਵਿੱਚ ਨਜ਼ਰ ਨਹੀਂ ਆਉਂਦਾ ਜਿਹੜਾ ਸਫਲ ਨਾ ਹੋਣਾ ਚਾਹੁੰਦਾ ਹੋਏ, ਜਿਸ ਦੀ ਜ਼ਿੰਦਗੀ ਦਾ ਮਕਸਦ ਸਫਲ ਹੋਣਾ ਨਾ ਹੋਵੇ। ਐਸਾ ਇਨਸਾਨ ਦੁਨੀਆ ਦੇ ਵਿੱਚ ਤੁਹਾਨੂੰ ਕੋਈ ਲੱਭੇਗਾ ਨਹੀਂ। ਹਰ ਕੋਈ, ਚਾਹੇ ਛੋਟਾ ਹੈ, ਚਾਹੇ ਕੋਈ ਜਵਾਨ ਹੈ, ਤੇ ਚਾਹੇ ਕੋਈ ਬੁਢੇਪੇ ਤੱਕ ਪਹੁੰਚ ਚੁੱਕਾ ਹੈ, ਭਾਵੇਂ ਉਹ ਵੀ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਚਾਹੇਗਾ। ਹਰ ਇੱਕ ਦੇ ਜੀਵਨ ਦਾ ਲਕਸ਼, ਹਰ ਇੱਕ ਦੇ ਜੀਵਨ ਦੀ ਡੈਸਟੀਨੇਸ਼ਨ ਸਫਲਤਾ ਹੈ, ਸਕਸੈਸ ਹੈ। ਪਰ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਇਸ ਸਕਸੈਸ ਦੀ, ਇਸ ਸਫਲਤਾ ਦੀ ਡੈਫੀਨੇਸ਼ਨ, ਜਿਹੜੀ ਪਰਿਭਾਸ਼ਾ ਹੈ ਨਾ, ਉਸ ਨੂੰ ਸਮਝ ਨਹੀਂ ਪਾਉਂਦੇ। ਸਾਡੀ ਨਜ਼ਰ ਦੇ ਵਿੱਚ ਡੈਫੀਨੇਸ਼ਨ ਕੀ ਹੈ ਕਿ ਜਿਸ ਦੇ ਕੋਲ ਬਹੁਤ ਦੌਲਤ ਹੋਵੇ, ਜਿਸ ਦਾ ਬਹੁਤ ਵੱਡਾ ਘਰ ਹੋਵੇ, ਚੰਗੀ ਮਹਿੰਗੀ ਗੱਡੀ ਹੋਵੇ, ਕਾਰ ਹੋਵੇ, ਜਿਹਦੇ ਘਰ ਦੇ ਵਿੱਚ ਬੜੇ ਮਹਿੰਗੇ ਕੱਪੜੇ ਜਿਹੜਾ ਪਹਿਨਦਾ ਹੋਵੇ, ਜਾਂ ਜਿਸ ਦਾ ਬਿਜ਼ਨਸ ਕਾਫੀ ਫੈਲ ਗਿਆ ਹੋਵੇ, ਕਾਫੀ ਐਕਸਪੈਂਡ ਕਰ ਦਿੱਤਾ ਹੋਵੇ ਉਸਨੇ, ਉਸ ਨੂੰ ਅਸੀਂ ਸਫਲ ਇਨਸਾਨ ਸਮਝਦੇ ਹਾਂ। ਸਾਡੀ ਨਜ਼ਰ ਦੇ ਵਿੱਚ ਉਹ ਸਫਲ ਹੈ, ਉਸ ਨੂੰ ਸਫਲਤਾ ਪ੍ਰਾਪਤ ਹੋ ਗਈ। ਪਰ ਖਿਆਲ ਕਰਿਓ ਸਾਧ ਸੰਗਤ, ਕੇਵਲ ਦਿਸ ਇਜ਼ ਨਾਟ ਦਾ ਓਨਲੀ ਪੈਰਾਮੀਟਰ ਆਫ ਸਕਸੈਸ। ਇਹ ਸਕਸੈਸ ਨੂੰ, ਸਫਲਤਾ ਨੂੰ ਮਾਪਣ ਦੇ ਲਈ, ਮੇਜ਼ਰ ਕਰਨ ਦੇ ਲਈ ਕੇਵਲ ਪੈਮਾਨਾ ਨਹੀਂ ਹੈ। ਇਹ ਸਕੇਲ ਨਹੀਂ ਹੈ ਕਿ ਜਿਹਦੇ ਨਾਲ ਅਸੀਂ ਕਿਸੇ ਇਨਸਾਨ ਦੀ ਸਫਲਤਾ ਨੂੰ ਮਾਪ ਸਕਦੇ ਹਾਂ। ਹਾਂ, ਠੀਕ ਹੈ, ਦੁਨਿਆਵੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਬੰਦੇ ਨੇ ਆਪਣੇ ਬਿਜ਼ਨਸ ਨੂੰ ਕਾਫੀ ਫੈਲਾ ਦਿੱਤਾ ਹੈ, ਕਾਫੀ ਦੌਲਤਮੰਦ ਬਣ ਗਿਆ ਤੇ ਸ਼ਾਇਦ ਉਹ ਸਫਲ ਹੋ ਗਿਆ। ਪਰ ਇੱਥੇ ਇੱਕ ਗੱਲ ਹੋਰ ਨਾਲ ਐਡ ਕਰ ਲਈ ਜਾਏ ਕਿ ਕੇਵਲ ਸਫਲਤਾ ਜਿਹੜੀ ਹੈ ਨਾ, ਉਹ ਦੌਲਤ ਦੇ ਨਾਲ ਨਹੀਂ ਜੇ ਮਾਪੀ ਜਾ ਸਕਦੀ। ਉਹਦਾ ਸਟੇਟਸ ਕਿੰਨਾ ਕੁ ਹਾਈ ਹੋ ਚੁੱਕਾ ਹੈ, ਇਹਦੇ ਨਾਲ ਉਹਦੀ ਸਫਲਤਾ ਨੂੰ ਨਹੀਂ ਜੇ ਮਾਪਿਆ ਜਾ ਸਕਦਾ। ਜਿਹੜਾ ਸੰਸਾਰਿਕ ਤੌਰ ਤੇ ਸਾਨੂੰ ਸਫਲ ਨਜ਼ਰ ਆਉਂਦਾ ਹੈ ਨਾ, ਹੋ ਸਕਦਾ ਹੈ ਕਿ ਜਦੋਂ ਉਹਦੇ ਨਾਲ ਅਸੀਂ ਵਿਚਾਰ ਕਰਕੇ ਦੇਖਾਂਗੇ, ਜਾਂ ਉਹਦੇ ਨਾਲ ਕੁਝ ਸਮਾਂ ਸਾਨੂੰ ਬਤੀਤ ਕਰਨ ਦਾ ਸਮਾਂ ਮਿਲੇਗਾ, ਤੇ ਉਹਦੇ ਜੀਵਨ ਨੂੰ ਜਦੋਂ ਅਸੀਂ ਵਾਚਾਂਗੇ ਤੇ ਫਿਰ ਸ਼ਾਇਦ ਸਾਡਾ ਇਹ ਵਹਿਮ, ਸਾਡਾ ਇਹ ਭਰਮ ਦੂਰ ਹੋ ਜਾਏ ਕਿ ਉਹ ਸਫਲ ਇਨਸਾਨ ਹੈ। ਕਈ ਵਾਰ ਬਾਹਰੋਂ ਦਿਖਣ ਵਾਲਾ ਸਫਲ ਇਨਸਾਨ ਅੰਦਰੂਨੀ ਤੌਰ ਤੇ ਹਾਰਿਆ ਹੋਇਆ ਹੁੰਦਾ ਹੈ, ਤੇ ਜਿਹੜਾ ਅੰਦਰੂਨੀ ਤੌਰ ਤੇ ਹਾਰਿਆ ਹੋਇਆ ਹੈ, ਜਿਹੜਾ ਅੰਦਰੂਨੀ ਤੌਰ ਤੇ, ਆਤਮਿਕ ਤੌਰ ਤੇ ਫੇਲ ਹੋ ਚੁੱਕਾ ਹੈ, ਉਹ ਗੁਰੂ ਸਾਹਿਬਾਂ ਦੀ ਨਜ਼ਰ ਦੇ ਵਿੱਚ ਕਦੇ ਸਫਲ ਹੋ ਨਹੀਂ ਸਕਦਾ। ਉਸ ਨੂੰ ਸਫਲ ਇਨਸਾਨ ਨਹੀਂ ਜੇ ਕਿਹਾ ਜਾ ਸਕਦਾ, ਜਿਸ ਨੇ ਸੰਸਾਰਿਕ ਤੌਰ ਤੇ ਤਾਂ ਬੜਾ ਵੱਡਾ ਆਪਣਾ ਕਾਰੋਬਾਰ ਕਰ ਲਿਆ, ਪਰ ਆਤਮਿਕ ਤੌਰ ਤੇ ਉਹਦੇ ਅੰਦਰ ਹੈ ਹੀ ਕੁਝ ਨਹੀਂ, ਉਹ ਹਾਰ ਚੁੱਕਾ ਹੈ। ਉਸ ਨੂੰ ਸਫਲ ਇਨਸਾਨ ਗਿਣਿਆ ਨਹੀਂ ਜਾ ਸਕਦਾ। ਜੇਕਰ ਸਫਲਤਾ ਨੂੰ ਮਾਪਣਾ ਹੈ ਤਾਂ ਉਹਦੇ ਵਾਸਤੇ ਸਾਨੂੰ ਇਹ ਦੋਨਾਂ ਜ਼ਿੰਦਗੀਆਂ ਨੂੰ ਸਾਹਮਣੇ ਰੱਖਣਾ ਪਏਗਾ। ਦੋਨਾਂ ਜ਼ਿੰਦਗੀਆਂ ਦਾ ਭਾਵ ਹੈ, ਟੂ ਲਾਈਫਸ ਤੋਂ ਭਾਵ ਹੈ ਕਿ ਸੰਸਾਰਿਕ ਜੀਵਨ ਤੇ ਆਤਮਿਕ ਜੀਵਨ। ਇਹ ਦੋਨੋਂ ਹੀ ਗੱਲਾਂ ਸਾਡੇ ਸਾਹਮਣੇ ਹੋਣਗੀਆਂ। ਇਹਨਾਂ ਨੂੰ ਆਧਾਰ ਬਣਾ ਕੇ ਕਿਸੇ ਇਨਸਾਨ ਦੀ ਸਫਲਤਾ ਨੂੰ ਅਸੀਂ ਜ਼ਰੂਰ ਮਾਪ ਸਕਾਂਗੇ। ਫਿਰ ਸਾਨੂੰ ਅਸਲ ਦੇ ਵਿੱਚ ਪਤਾ ਲੱਗੇਗਾ ਕਿ ਸਫਲ ਇਨਸਾਨ ਹੈ ਕੌਣ। ਜਿਸ ਇਨਸਾਨ ਨੂੰ ਅਸੀਂ ਸਫਲ ਸਮਝਦੇ ਪਏ ਹਾਂ, ਜੇਕਰ ਉਹਦੀ ਸਫਲਤਾ ਦਾ ਰਾਜ ਉਹਦੇ ਕੋਲੋਂ ਪੁੱਛਿਆ ਜਾਵੇ, ਉਹ ਦੱਸੇਗਾ ਨਹੀਂ, ਸ਼ੇਅਰ ਨਹੀਂ ਕਰੇਗਾ, ਸੀਕਰਟ ਸ਼ੇਅਰ ਨਹੀਂ ਕਰੇਗਾ। ਕਿਉਂ ਨਹੀਂ ਕਰੇਗਾ? ਕਿਉਂਕਿ ਹੋ ਸਕਦਾ ਹੈ ਕਿ ਜਿਸ ਮੁਕਾਮ ਤੇ ਉਹ ਅੱਜ ਪਹੁੰਚਿਆ ਹੋਇਆ ਹੈ, ਉਸ ਮੁਕਾਮ ਨੂੰ ਪ੍ਰਾਪਤ ਕਰਨ ਦੇ ਲਈ ਉਸ ਨੂੰ ਕਿਸੇ ਗਲਤ ਟਰੈਕ ਦਾ ਜਾਂ ਗਲਤ ਰਸਤੇ ਦਾ ਸਹਾਰਾ ਲੈਣਾ ਪਿਆ ਹੋਵੇ। ਅੱਜ ਵੀ ਤੁਸੀਂ ਦੇਖੋ ਦੁਨੀਆ ਦੇ ਵਿੱਚ ਜਿਹੜੇ ਬਹੁਤਾਤ ਵਿੱਚ ਬੜੇ ਵੱਡੇ ਬਿਜ਼ਨਸਮੈਨ ਸਾਡੀ ਨਜ਼ਰ ਦੇ ਵਿੱਚ ਅਸੀਂ ਦੇਖਦੇ ਹਾਂ, ਜਾਂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਬੜੇ ਵੱਡੇ ਬਿਜ਼ਨਸਮੈਨ ਹੋ ਗਏ, ਉਹ ਲੋਕ ਵੀ ਜੇਕਰ ਅੱਜ ਕਾਫੀ ਹਾਈ ਸਟੇਟਸ ਦੇ ਉੱਤੇ ਪਹੁੰਚੇ ਹੋਏ ਨੇ, ਤਾਂ ਉੱਥੋਂ ਤੱਕ ਪਹੁੰਚਣ ਦੇ ਲਈ ਉਹਨਾਂ ਨੇ ਕਈ ਗਲਤ ਰਸਤੇ ਵੀ ਅਖਤਿਆਰ ਕੀਤੇ। ਕਈਆਂ ਦਾ ਉਹਨਾਂ ਨੇ ਹੱਕ ਵੀ ਮਾਰਿਆ ਹੈ, ਕਈਆਂ ਨੂੰ ਉਹਨਾਂ ਨੇ ਲੁੱਟਿਆ ਵੀ ਹੈ, ਕਈਆਂ ਨੂੰ ਉਹਨਾਂ ਨੇ ਧੋਖਾ ਵੀ ਦਿੱਤਾ ਹੈ, ਫਿਰ ਜਾ ਕੇ ਉਹ ਸਟੇਟਸ ਤੇ ਪਹੁੰਚੇ ਹੋਏ ਨੇ। ਤੇ ਜੇਕਰ ਉਹ ਇਸ ਸਟੇਟਸ ਤੇ ਪਹੁੰਚ ਗਏ,
ਸਾਨੂੰ ਲੱਗਦਾ ਪਿਆ ਕਿ ਉਹ ਸਫਲ ਹੋ ਗਏ, ਪਰ ਖਿਆਲ ਕਰਿਓ ਉਸ ਨੂੰ ਸਫਲ ਨਹੀਂ ਜੇ ਗਿਣਿਆ ਜਾ ਸਕਦਾ। ਉਸ ਨੂੰ ਸਫਲ ਨਹੀਂ ਕਿਹਾ ਜਾ ਸਕਦਾ ਜਿਸ ਨੇ ਕਿਸੇ ਨੂੰ ਧੋਖਾ ਦੇ ਕੇ, ਕਿਸੇ ਨੂੰ ਲੁੱਟ ਕੇ ਜਾਂ ਕਿਸੇ ਦੇ ਨਾਲ ਫਰੇਬ ਕਰਕੇ ਇਹ ਜੀਵਨ ਦੇ ਵਿੱਚ ਮੁਕਾਮ ਹਾਸਲ ਕੀਤਾ ਹੋਇਆ ਹੈ। ਅਸਲ ਇਨਸਾਨ ਹੀ ਉਸ ਨੂੰ ਸਫਲ ਕਿਹਾ ਜਾਏਗਾ ਜਿਹੜਾ ਇਨਸਾਨ ਓਨੈਸਟ ਲਿਵਿੰਗ ਦੇ ਰਾਹੀਂ ਆਪਣੇ ਜੀਵਨ ਦੇ ਵਿੱਚ ਕੋਈ ਮੁਕਾਮ ਪ੍ਰਾਪਤ ਕਰਦਾ ਹੈ। ਜਿਹੜਾ ਇਮਾਨਦਾਰੀ ਦੇ ਨਾਲ ਕਿਸੇ ਮੰਜ਼ਿਲ ਤੇ ਪਹੁੰਚਦਾ ਹੈ, ਉਸੇ ਨੂੰ ਹੀ ਸਫਲ ਇਨਸਾਨ ਕਿਹਾ ਜਾ ਸਕਦਾ ਹੈ। ਤੇ ਖਿਆਲ ਕਰਿਓ ਸਾਧ ਸੰਗਤ, ਜਿਹੜਾ ਸਫਲ ਇਨਸਾਨ ਹੈ ਨਾ, ਉਹਦੀ ਇਹ ਖਾਸੀਅਤ ਹੋਏਗੀ ਕਿ ਕੋਈ ਵੀ ਉਹਦੇ ਕੋਲ ਆ ਜਾਏ ਜਿਹੜਾ ਸੰਸਾਰਿਕ ਤੇ ਆਤਮਿਕ ਜੀਵਨ ਦੋਨਾਂ ਨੂੰ ਨਾਲ ਲੈ ਕੇ ਚੱਲੇਗਾ। ਉਹਦੀ ਖਾਸੀਅਤ ਕੀ ਹੋਏਗੀ ਕਿ ਕੋਈ ਵੀ ਉਹਦੇ ਕੋਲ ਆ ਜਾਏ, ਚਾਹੇ ਕੋਈ ਗਰੀਬ ਹੋਵੇ, ਚਾਹੇ ਉਸ ਨੂੰ ਬਿਜ਼ਨਸ ਦੇ ਵਿੱਚ ਕੋਈ ਲਾਸ ਹੋ ਗਿਆ ਹੋਵੇ, ਚਾਹੇ ਆਰਥਿਕ ਤੌਰ ਤੇ ਉਹਦੀ ਹਾਲਤ ਬਹੁਤ ਮਾੜੀ ਹੈ, ਜੇਕਰ ਉਹਦੇ ਕੋਲ ਆ ਗਿਆ ਹੈ ਨਾ, ਤਾਂ ਉਹਦੀ ਖਾਸੀਅਤ ਇਹ ਹੈ ਕਿ ਉਹ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਣ ਦੇਵੇਗਾ ਕਿ ਉਹ ਹਾਰਿਆ ਹੋਇਆ ਜਾਂ ਉਹ ਅਸਫਲ ਹੋ ਗਿਆ ਹੈ। ਉਹ ਕਿਸੇ ਨੂੰ ਮਹਿਸੂਸ ਨਹੀਂ ਹੋਣ ਦੇਵੇਗਾ ਕਿ ਉਹ ਆਰਥਿਕ ਤੌਰ ਤੇ ਕਮਜ਼ੋਰ ਹੈ, ਆਰਥਿਕ ਤੌਰ ਤੇ ਉਹ ਬਹੁਤ ਹੀ ਨੀਵੇਂ ਪੱਧਰ ਤੇ ਜਾ ਚੁੱਕਾ, ਉਹ ਮਹਿਸੂਸ ਨਹੀਂ ਹੋਣ ਦੇਵੇਗਾ। ਤੇ ਜਿਸ ਦੇ ਕੋਲ ਬੈਠਿਆਂ ਤੁਹਾਨੂੰ ਇਹ ਭਾਵਨਾ ਮਹਿਸੂਸ ਨਾ ਹੋਵੇ, ਤੁਹਾਡੇ ਅੰਦਰ ਇਹ ਖਿਆਲ ਨਾ ਪੈਦਾ ਹੋਵੇ ਕਿ ਮੈਂ ਗਰੀਬ ਹਾਂ ਜਾਂ ਮੈਂ ਫੇਲ ਹੋ ਗਿਆ, ਸਾਧ ਸੰਗਤ ਅਸਲ ਦੇ ਵਿੱਚ ਸਫਲ ਇਨਸਾਨ ਹੀ ਉਹ ਹੈ ਜਿਹੜਾ ਤੁਹਾਨੂੰ ਤੁਹਾਡੀ ਹਾਰ ਤੋਂ ਬਾਅਦ ਵੀ ਤੁਹਾਨੂੰ ਮੋਟੀਵੇਟ ਕਰਦਾ ਪਿਆ ਹੈ, ਤੁਹਾਨੂੰ ਉਤਸ਼ਾਹਿਤ ਕਰਦਾ ਪਿਆ ਹੈ ਕਿ ਕੋਈ ਨਹੀਂ, ਇਹ ਜ਼ਿੰਦਗੀ ਦੇ ਵਿੱਚ ਐਸੇ ਸਮੇਂ ਆਉਂਦੇ ਰਹਿੰਦੇ ਨੇ, ਕਦੇ ਹਾਰ ਹੋ ਗਈ, ਕਦੇ ਜਿੱਤ ਹੋ ਗਈ। ਜਿਹੜਾ ਇਨਸਾਨ ਤੁਹਾਨੂੰ ਇਹ ਮੋਟੀਵੇਸ਼ਨ ਦਿੰਦਾ ਪਿਆ ਹੈ ਨਾ ਸਾਧ ਸੰਗਤ, ਅਸਲ ਦੇ ਵਿੱਚ ਉਹ ਸਫਲ ਇਨਸਾਨ ਹੈ। ਤੇ ਜਿਸ ਦੇ ਕੋਲ ਬੈਠਿਆਂ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਇਹ ਬੰਦਾ ਬੜਾ ਅੱਗੇ ਲੰਘ ਗਿਆ, ਮੈਂ ਪਿੱਛੇ ਰਹਿ ਗਿਆ, ਉਸ ਇਨਸਾਨ ਨੂੰ ਸਫਲ ਨਹੀਂ ਜੇ ਗਿਣਿਆ ਜਾ ਸਕਦਾ। ਕਹਿੰਦੇ ਨੇ ਇੱਕ ਛੋਟਾ ਜਿਹਾ ਬੱਚਾ, ਛੋਟਾ ਕਹਿ ਲਈਏ ਚਾਹੇ ਨੌਜਵਾਨ ਕਹਿ ਲਈਏ, ਉਹ ਐਥਲੈਟਿਕ ਦੇ ਵਿੱਚ ਹਿੱਸਾ ਲੈਂਦਾ ਹੈ, ਰੇਸ ਦੇ ਵਿੱਚ ਹਿੱਸਾ ਲੈਂਦਾ ਹੈ। ਤੇ ਜਿਨ੍ਹਾਂ ਦੇ ਨਾਲ ਉਹਦਾ ਕੰਪੀਟੀਸ਼ਨ ਹੈ, ਬਾਕੀ ਜਿਹੜੇ ਉਹਦੇ ਬਾਕੀ ਜਿਹੜੇ ਉਹਦੇ ਸਾਥੀ ਨੇ, ਪਾਰਟਿਸਿਪੈਂਟਸ ਨੇ, ਉਹਨਾਂ ਦੇ ਨਾਲ ਮਿਲ ਕੇ ਉਹ ਦੌੜ ਸ਼ੁਰੂ ਕਰਦਾ ਹੈ। ਤੇ ਮਿਹਨਤ ਕਾਫੀ ਕੀਤੀ ਹੋਈ ਹੈ, ਬੜੀ ਤੇਜ਼ੀ ਦੇ ਨਾਲ ਦੌੜਦਾ ਹੈ, ਬਹੁਤ ਤੇਜ਼ ਦੌੜਦਾ ਹੈ ਤੇ ਉਹ ਰੇਸ ਨੂੰ ਜਿੱਤ ਜਾਂਦਾ ਹੈ। ਜਿੰਨੇ ਵੀ ਵੇਖਣ ਵਾਲੇ ਲੋਕ, ਆਡੀਅנס ਜਿਹੜੀ ਬੈਠੀ ਹੋਈ ਹੈ, ਜਦੋਂ ਉਹ ਨੌਜਵਾਨ ਜਾਂ ਉਹ ਬੱਚਾ ਜਦੋਂ ਜਿੱਤਦਾ ਹੈ ਤੇ ਉਹਦੀ ਜਿੱਤ ਦੀ ਖੁਸ਼ੀ ਦੇ ਵਿੱਚ ਸਾਰੇ ਹੀ ਕਲੈਪ ਕਰਦੇ ਨੇ, ਤਾੜੀਆਂ ਵਜਾਉਂਦੇ ਨੇ, ਉਹਨੂੰ ਮੁਬਾਰਕਬਾਦ ਦਿੰਦੇ ਨੇ, ਕੰਗ੍ਰੈਚੁਲੇਟ ਕਰਦੇ ਨੇ ਉਸ ਨੂੰ। ਬੜਾ ਖੁਸ਼ ਹੁੰਦਾ ਹੈ ਕਿ ਮੈਂ ਜਿੱਤਿਆ ਤੇ ਮੇਰੀ ਜਿੱਤ ਦੀ ਖੁਸ਼ੀ ਜਿਹੜੇ ਨੇ ਇਹ ਲੋਕ ਮਨਾਉਂਦੇ ਪਏ ਨੇ ਤੇ ਮੈਨੂੰ ਵਧਾਈਆਂ ਮਿਲ ਰਹੀਆਂ ਨੇ, ਬੜਾ ਖੁਸ਼ ਹੋਇਆ। ਇੱਕ ਰੇਸ ਜਿੱਤਦਾ ਹੈ, ਦੂਜੀ ਰੇਸ ਜਿੱਤਦਾ ਹੈ, ਤੀਜੀ ਰੇਸ ਜਿੱਤਦਾ, ਕਈ ਰੇਸਸ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੱਤੀਆਂ। ਪਰ ਕਹਿੰਦੇ ਨੇ ਜਦੋਂ ਵੀ ਕੋਈ ਰੇਸ ਜਿੱਤਦਾ ਸੀ, ਲੋਕ ਤਾਂ ਤਾੜੀਆਂ ਵਜਾਉਂਦੇ ਸੀ, ਪਰ ਇੱਕ ਉੱਥੇ ਬਜ਼ੁਰਗ ਓਲਡ ਮੈਨ ਬੈਠਾ ਹੁੰਦਾ ਤੇ ਉਹਦਾ ਰਿਐਕਸ਼ਨ ਕੁਝ ਨਾ ਹੁੰਦਾ ਉਹਦੀ ਜਿੱਤ ਤੋਂ ਬਾਅਦ, ਉਹ ਬੜੀ ਸ਼ਾਂਤੀ ਦੇ ਨਾਲ ਬੈਠਾ ਰਹਿੰਦਾ। ਤੇ ਇੱਕ ਦਿਨ ਕੀ ਹੋਇਆ ਕਿ ਉਹ ਨੌਜਵਾਨ ਦੇ ਕੋਲ ਉੱਠ ਕੇ ਆਉਂਦਾ ਹੈ ਬਜ਼ੁਰਗ, ਕਹਿੰਦਾ ਬੇਟਾ ਤੇਰੀਆਂ ਜਿਹੜੀਆਂ ਇਹ ਜਿੱਤਾਂ ਨੇ, ਜਿਨ੍ਹਾਂ ਨੂੰ ਜਿੱਤਣ ਤੋਂ ਬਾਅਦ ਲੋਕ ਬੜੀ ਖੁਸ਼ੀ ਮਨਾਉਂਦੇ ਨੇ, ਬੜਾ ਤੈਨੂੰ ਆਣ ਕੇ ਵਧਾਈਆਂ ਦਿੰਦੇ ਨੇ, ਮਿਲਦੇ ਨੇ, ਤੇਰੇ ਨਾਲ ਆਣ ਕੇ ਫੋਟੋਆਂ ਖਿਚਾਉਂਦੇ ਨੇ, ਤੂੰ ਵੀ ਬੜਾ ਖੁਸ਼ ਹੁੰਦਾ ਹੈ। ਤੇ ਮੈਂ ਚਾਹੁੰਦਾ ਕਿ ਇੱਕ ਰੇਸ ਤੂੰ ਹੋਰ ਦੌੜੇ, ਇੱਕ ਰੇਸ ਦੇ ਵਿੱਚ ਹੋਰ ਹਿੱਸਾ ਲਵੇਂ। ਤੇ ਉਹ ਨੌਜਵਾਨ ਕਹਿੰਦਾ ਬਾਬਾ ਮੈਂ ਇੰਨੀਆਂ ਰੇਸਾਂ ਜਿੱਤ ਚੁੱਕਾ, ਜਿਹੜੀ ਤੂੰ ਰੇਸ ਕਹੇਂਗਾ ਮੈਂ ਉਹਦੇ ਵਿੱਚ ਹਿੱਸਾ ਜ਼ਰੂਰ ਲਵਾਂਗਾ। ਤੇ ਕਹਿੰਦੇ ਨੇ ਉਹ ਬਜ਼ੁਰਗ ਕੇਵਲ 2 ਪਾਰਟਿਸਿਪੈਂਟ ਲੈ ਕੇ ਆਉਂਦਾ ਹੈ, ਜਿਨ੍ਹਾਂ ਦੇ ਨਾਲ ਉਹਦਾ ਕੰਪੀਟੀਸ਼ਨ ਹੋਣਾ ਹੈ, ਜਿਨ੍ਹਾਂ ਦੇ ਨਾਲ ਉਸਨੇ ਦੌੜਨਾ ਹੈ। ਉਹ ਕੇਵਲ 2 ਬੰਦੇ ਜਿਹੜੇ ਨੇ ਲੈ ਕੇ ਆਉਂਦਾ ਹੈ ਤੇ ਨੌਜਵਾਨ ਨੂੰ ਕਹਿੰਦਾ ਕਿ ਤੂੰ ਇਹਨਾਂ ਦੇ ਨਾਲ ਦੌੜਨਾ ਹੈ। ਹੁਣ ਉਹ ਦੋਨੋਂ ਜਿਹੜੇ ਨੇ ਉਹਨਾਂ ਦੇ ਵਿੱਚ ਫਰਕ ਕੀ ਹੈ, ਨੌਜਵਾਨ ਤੇ ਉਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ ਕਿ ਦੋਨਾਂ ਨੂੰ ਹੀ ਅੱਖਾਂ ਤੋਂ ਨਜ਼ਰ ਕੁਝ ਨਹੀਂ ਆਉਂਦਾ, ਦੋਨਾਂ ਨੂੰ ਹੀ ਅੱਖਾਂ ਤੋਂ ਨਜ਼ਰ ਕੁਝ ਨਹੀਂ ਆ ਰਿਹਾ। ਤੇ ਨੌਜਵਾਨ ਜਦੋਂ ਉਹਨਾਂ ਦੇ ਕੋਲ ਜਾ ਕੇ ਖੜਾ ਹੁੰਦਾ ਹੈ ਤੇ ਬਜ਼ੁਰਗ ਨੂੰ ਆਣ ਕੇ ਕਹਿੰਦਾ ਇਹਨਾਂ ਦੇ ਨਾਲ ਮੈਂ ਕਿਵੇਂ ਦੌੜ ਸਕਦਾ। ਬਜ਼ੁਰਗ ਉਹਦੀ ਗੱਲ ਕੋਈ ਨਹੀਂ ਸੁਣਦਾ ਤੇ ਉਹ ਰੇਸ ਸਟਾਰਟ ਕਰਨ ਦਾ ਜਿਹੜਾ ਸਾਇਰਨ ਹੈ ਉਹ ਵਜਾ ਦਿੰਦਾ ਹੈ। ਜਦੋਂ ਰੇਸ ਸਟਾਰਟ ਹੁੰਦੀ ਹੈ, ਨੌਜਵਾਨ ਬੜੀ ਤੇਜ਼ੀ ਦੇ ਨਾਲ ਦੌੜਦਾ ਹੈ ਤੇ ਲਾਈਨ ਨੂੰ ਕ੍ਰਾਸ ਕਰਕੇ ਉਹ ਰੇਸ ਜਿੱਤਦਾ ਹੈ। ਪਰ ਹੁਣ ਜਦੋਂ ਉਹ ਰੇਸ ਜਿੱਤਿਆ ਹੈ ਨਾ, ਤੇ ਉਹਦੇ ਰੇਸ ਜਿੱਤਣ ਤੋਂ ਬਾਅਦ ਕਿਸੇ ਨੇ ਕੋਈ ਕਲੈਪ ਨਹੀਂ ਕੀਤੀ, ਕਿਸੇ ਨੇ ਉਸ ਦੇ ਲਈ ਤਾੜੀਆਂ ਨਹੀਂ ਵਜਾਈਆਂ ਜਿੱਤ ਦੇ ਲਈ,
ਕਿਸੇ ਨੇ ਆਣ ਕੇ ਉਹਦੇ ਕੋਲ ਉਹਨੂੰ ਵਧਾਈਆਂ ਨਹੀਂ ਦਿੱਤੀਆਂ, ਕੰਗ੍ਰੈਚੁਲੇਟ ਨਹੀਂ ਕੀਤਾ, ਸਗੋਂ ਸਾਰੇ ਹੀ ਚੁੱਪ ਨੇ, ਸਾਰੇ ਚੁੱਪ ਨੇ। ਤੇ ਹੁਣ ਉਹ ਨੌਜਵਾਨ ਬੜਾ ਹੈਰਾਨ ਹੁੰਦਾ ਹੈ, ਕਹਿੰਦਾ ਕਮਾਲ ਹੈ, ਮੈਂ ਇੰਨੀਆਂ ਰੇਸਾਂ ਜਿੱਤੀਆਂ, ਹਰ ਰੇਸ ਜਿੱਤਣ ਤੋਂ ਬਾਅਦ ਸਾਰੇ ਦਰਸ਼ਕ ਵੇਖਣ ਵਾਲੇ ਵਧਾਈਆਂ ਦਿੰਦੇ ਨੇ, ਤਾੜੀਆਂ ਮਾਰਦੇ ਨੇ, ਪਰ ਅੱਜ ਜੇਕਰ ਮੈਂ ਇਹ ਰੇਸ ਜਿੱਤਿਆ ਤੇ ਕਿਸੇ ਨੇ ਮੈਨੂੰ ਵਧਾਈ ਨਹੀਂ ਦਿੱਤੀ। ਉਹ ਬਜ਼ੁਰਗ ਦੇ ਕੋਲ ਗਿਆ, ਬਜ਼ੁਰਗ ਨੂੰ ਜਾ ਕੇ ਮਿਲਦਾ ਹੈ ਤੇ ਕਹਿੰਦਾ ਕਿ ਇਹ ਕੀ ਭਾਣਾ, ਇਹਨਾਂ ਦੇ ਨਾਲ ਮੈਂ ਰੇਸ ਜਿੱਤਿਆ ਪਰ ਮੈਨੂੰ ਕਿਸੇ ਨੇ ਵਧਾਈ ਨਹੀਂ ਦਿੱਤੀ। ਤੇ ਸਾਧ ਸੰਗਤ ਉੱਥੇ ਉਹ ਬਜ਼ੁਰਗ ਉਸ ਨੂੰ ਜਵਾਬ ਦਿੰਦਾ ਹੈ, ਕਹਿੰਦਾ ਕਾਕਾ ਇਹ ਰੇਸ ਤੂੰ ਜਿੱਤਿਆ ਜ਼ਰੂਰ ਹੈ, ਪਰ ਮੈਂ ਚਾਹਾਂਗਾ ਕਿ ਇੱਕ ਵਾਰ ਫਿਰ ਦੁਬਾਰਾ ਇਸ ਰੇਸ ਨੂੰ ਸਟਾਰਟ ਕੀਤਾ ਜਾਏ। ਪਰ ਖਿਆਲ ਕਰੀ, ਹੁਣ ਤੂੰ ਡਿਸਾਈਡ ਕਰਨਾ ਹੈ ਕਿ ਤੂੰ ਇਕੱਲਾ ਜਿੱਤਣਾ ਚਾਹੁੰਦਾ ਹੈ ਕਿ ਜਾਂ ਉਹਨਾਂ ਦੋਨਾਂ ਨੂੰ ਨਾਲ ਲੈ ਕੇ ਇਸ ਵਿਨਿੰਗ ਲਾਈਨ ਨੂੰ ਕ੍ਰਾਸ ਕਰਨਾ ਚਾਹੁੰਦਾ ਹੈ। ਕਹਿੰਦੇ ਉਹ ਨੌਜਵਾਨ ਗਿਆ, ਹੁਣ ਉਹ ਤੇਜ਼ੀ ਦੇ ਨਾਲ ਦੌੜਿਆ ਨਹੀਂ, ਉਹਨੇ ਉਹਨਾਂ ਦੋਨਾਂ ਇਨਸਾਨਾਂ ਦਾ ਆਪਣੇ ਹੱਥਾਂ ਦੇ ਵਿੱਚ ਹੱਥ ਪਕੜਿਆ ਤੇ ਹੌਲੀ ਹੌਲੀ ਉਹਨਾਂ ਦੇ ਨਾਲ ਚੱਲਦਾ ਹੋਇਆ ਵਿਨਿੰਗ ਲਾਈਨ ਨੂੰ ਕ੍ਰਾਸ ਕੀਤਾ। ਜਿਵੇਂ ਹੀ ਵਿਨਿੰਗ ਲਾਈਨ ਨੂੰ ਕ੍ਰਾਸ ਕੀਤਾ, ਸਾਰੇ ਵੇਖਣ ਵਾਲੇ ਲੋਕਾਂ ਨੇ ਜਿੱਥੇ ਤਾੜੀਆਂ ਵਜਾਉਣੀਆਂ ਸ਼ੁਰੂ ਕੀਤੀਆਂ, ਉੱਥੇ ਆਣ ਕੇ ਉਸ ਨੌਜਵਾਨ ਨੂੰ ਤੇ ਉਹਨਾਂ ਦੋਨਾਂ ਨੂੰ ਵਧਾਈਆਂ ਵੀ ਦਿੱਤੀਆਂ। ਰੀਜ਼ਨ ਕਿ ਉਹ ਦੋਨੋਂ ਜਿਹੜੇ ਦੌੜਨ ਤੋਂ ਅਸਮਰੱਥ ਸੀ, ਜਿਨ੍ਹਾਂ ਨੂੰ ਨਜ਼ਰ ਨਹੀਂ ਸੀ ਅੱਖਾਂ ਤੋਂ ਕੁਝ ਆ ਰਿਹਾ, ਜਦੋਂ ਉਹ ਉਹਨਾਂ ਦੇ ਨਾਲ ਉਹ ਦੌੜ ਕੇ ਤੇਜ਼ੀ ਦੇ ਨਾਲ ਅੱਗੇ ਲੰਘ ਕੇ ਲਾਈਨ ਕ੍ਰਾਸ ਕਰਦਾ ਹੈ ਤੇ ਕੋਈ ਵਧਾਈ ਨਹੀਂ, ਪਰ ਜਦੋਂ ਉਹਨਾਂ ਦੋਨਾਂ ਨੂੰ ਨਾਲ ਲੈ ਕੇ ਲਾਈਨ ਨੂੰ ਕ੍ਰਾਸ ਕਰਦਾ ਤੇ ਸਾਰੇ ਪਾਸੇ ਵਧਾਈਆਂ ਤੇ ਤਾੜੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਾਧ ਸੰਗਤ, ਅਸਲ ਦੇ ਵਿੱਚ ਸਫਲ ਇਨਸਾਨ ਹੀ ਉਹੀ ਹੈ ਜਿਹੜਾ ਆਪਣੇ ਤੋਂ ਕਮਜ਼ੋਰ ਨੂੰ ਜਾਂ ਆਪਣੇ ਤੋਂ ਨੀਵੇਂ ਨੂੰ ਇਹ ਨਾ ਮਹਿਸੂਸ ਹੋਣ ਦੇਵੇ ਕਿ ਭਲਿਆ ਤੂੰ ਨੀਵਾਂ ਹੈ ਤੇ ਤੂੰ ਸਫਲ ਨਹੀਂ ਹੋ ਸਕਦਾ, ਤੇਰੇ ਵਿੱਚ ਇਹ ਕਮੀ ਹੈ, ਤੂੰ ਸਫਲ ਨਹੀਂ ਹੋ ਸਕਦਾ। ਸਗੋਂ ਸਫਲ ਇਨਸਾਨ ਉਹ ਹੈ ਜਿਹੜਾ ਉਹਨਾਂ ਕਮਜ਼ੋਰਾਂ ਨੂੰ ਆਪਣੇ ਨਾਲ, ਉਹਨਾਂ ਦਾ ਹੱਥ ਪਕੜ ਕੇ ਨਾਲ ਲੈ ਕੇ ਤੁਰ ਪਵੇ ਤੇ ਉਹਨਾਂ ਨੂੰ ਵੀ ਆਪਣੇ ਨਾਲ ਸਫਲਤਾ ਦੇ ਮੁਕਾਮ ਤੇ ਪਹੁੰਚਾ ਦੇਵੇ। ਅਸਲ ਇਨਸਾਨ ਹੀ ਉਸ ਨੂੰ ਕਿਹਾ ਜਾਂਦਾ ਜੀ, ਉਸ ਨੂੰ ਹੀ ਸਫਲ ਇਨਸਾਨ ਕਿਹਾ ਜਾਏਗਾ। ਫਿਰ ਉਹ ਬਜ਼ੁਰਗ ਇਸ ਨੌਜਵਾਨ ਨੂੰ ਕਹਿੰਦਾ ਇਹ ਜ਼ਿੰਦਗੀ ਦੇ ਵਿੱਚ ਬੜਾ ਜ਼ਰੂਰੀ ਹੁੰਦਾ ਹੈ ਧਿਆਨ ਦੇਣਾ ਕਿ ਤੁਸੀਂ ਦੌੜ ਕਿਸ ਦੇ ਨਾਲ ਰਹੇ ਹੋ ਤੇ ਕਿਸ ਤਰੀਕੇ ਦੇ ਨਾਲ ਦੌੜਦੇ ਪਏ ਹੋ। ਸਾਡੀ ਜ਼ਿੰਦਗੀ ਵੀ ਇੱਕ ਰੇਸ ਹੀ ਤਾਂ ਹੈ, ਹਰ ਕੋਈ ਸਫਲਤਾ ਦੇ ਲਈ ਦੌੜਦਾ ਪਿਆ ਹੈ, ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦਾ ਹੈ। ਬਸ ਇਸੇ ਦੌੜ ਦੇ ਵਿੱਚ ਹੁੰਦਾ ਕੀ ਹੈ ਕਿ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਜਿੱਥੇ ਮੈਂ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਚਾਹੁੰਦਾ, ਉੱਥੇ ਹੋਰਾਂ ਦੇ ਅੰਦਰ ਵੀ ਇਹ ਲਾਲਸਾ ਹੈ ਉੱਥੋਂ ਤੱਕ ਪਹੁੰਚਣ ਦੇ ਲਈ। ਤੇ ਜਦੋਂ ਉੱਥੋਂ ਤੱਕ ਪਹੁੰਚਣ ਲਈ ਸਾਰੇ ਹੀ ਦੌੜਦੇ ਪਏ ਨੇ ਤੇ ਇਨਸਾਨ ਫਿਰ ਕਈ ਵਾਰ ਕਿਸੇ ਦੂਜੇ ਤੋਂ ਅੱਗੇ ਲੰਘਣ ਦੇ ਲਈ ਕੁਝ ਐਸੇ ਰਸਤੇ ਅਖਤਿਆਰ ਕਰ ਲੈਂਦਾ ਹੈ ਜਿਹੜੇ ਰਸਤੇ ਉਸ ਨੂੰ ਇੱਕ ਵਾਰ ਸਫਲਤਾ ਤੱਕ ਤਾਂ ਲੈ ਜਾਣਗੇ, ਪਰ ਉਹਦੇ ਜੀਵਨ ਨੂੰ ਬਰਬਾਦ ਕਰਨ ਦਾ ਵੀ ਉਹ ਦਮ ਰੱਖਦੇ ਹੋਣਗੇ ਉਹ ਰਸਤੇ। ਪਰ ਖਿਆਲ ਕਰਿਓ ਸਾਧ ਸੰਗਤ, ਉਹ ਬਜ਼ੁਰਗ ਨੇ ਜਿਹੜੀ ਉਸ ਨੌਜਵਾਨ ਨੂੰ ਸਿੱਖਿਆ ਦਿੱਤੀ ਹੈ ਨਾ ਕਿ ਬੇਟਾ ਅਸਲ ਦੇ ਵਿੱਚ ਇਹ ਦੇਖਣਾ ਪਏਗਾ ਕਿ ਤੂੰ ਦੌੜਦਾ ਕਿਹਦੇ ਨਾਲ ਪਿਆ ਹੈ, ਤੇ ਜਦੋਂ ਤੈਨੂੰ ਇਹ ਅਹਿਸਾਸ ਹੋਏਗਾ ਕਿ ਮੈਂ ਉਹਨਾਂ ਦੇ ਨਾਲ ਦੌੜਦਾ ਜਿਹੜੇ ਦੌੜਨ ਤੋਂ ਹੀ ਅਸਮਰੱਥ ਨੇ, ਦੌੜ ਹੀ ਨਹੀਂ ਸਕਦੇ, ਤੇ ਫਿਰ ਜਦੋਂ ਤੂੰ ਉਹਨਾਂ ਨੂੰ ਆਪਣੇ ਨਾਲ ਲੈ ਕੇ ਵਿਨਿੰਗ ਲਾਈਨ ਨੂੰ ਕ੍ਰਾਸ ਕਰੇਗਾ ਨਾ, ਫਿਰ ਹਰ ਪਾਸੇ ਤੇਰੇ ਲਈ ਵਧਾਈਆਂ ਹੋਣਗੀਆਂ, ਤੇਰੇ ਵਾਸਤੇ ਤਾੜੀਆਂ ਵੱਜਣਗੀਆਂ। ਬਸ ਜ਼ਿੰਦਗੀ ਦੇ ਵਿੱਚ ਇਸ ਗੁਣ ਨੂੰ ਆਪਾਂ ਫੋਲੋ ਕਰ ਲਈਏ। ਇੱਕ ਦੂਜੇ ਤੋਂ ਅੱਗੇ ਲੰਘਣ ਦੀ ਬਜਾਏ ਜੇਕਰ ਇੱਕ ਦੂਜੇ ਦਾ ਹੱਥ ਪਕੜ ਕੇ ਆਪਾਂ ਸਾਰੇ ਹੀ ਅੱਗੇ ਨੂੰ ਵਧਣਾ ਸ਼ੁਰੂ ਕਰ ਦਈਏ ਤੇ ਸਾਧ ਸੰਗਤ ਫਿਰ ਇੱਕ ਸਫਲ ਨਹੀਂ ਹੋਏਗਾ, ਸਾਰੇ ਹੀ ਸਫਲ ਹੋਣਗੇ। ਜਿਹੜਾ ਇੱਕ ਜਿਸ ਦੇ ਕੋਲ ਮਾਲਕ ਨੇ ਰਹਿਮਤ ਕਰਦਿਆਂ ਹੋਇਆਂ ਚੰਗਾ ਉਸ ਨੂੰ ਇਦਾਂ ਕਹਿ ਲਈ ਇੱਕ ਗਿਆਨ ਦਿੱਤਾ ਹੈ, ਨੌਲੇਜ ਹੈ ਉਹਦੇ ਕੋਲੇ, ਉਹ ਚਾਹੇ ਤੇ ਇਕੱਲਾ ਮੁਕਾਮ ਤੱਕ ਪਹੁੰਚ ਸਕਦਾ ਹੈ, ਪਰ ਜੇਕਰ ਉਹ ਆਤਮਿਕ ਜੀਵਨ ਦੇ ਰਸਤੇ ਦਾ ਢੂੰਡਾਊ ਹੈ, ਉਹਦੇ ਅੰਦਰ ਆਤਮਿਕ ਜੀਵਨ ਦੀ ਭੁੱਖ ਹੈ, ਆਤਮਿਕ ਜੀਵਨ ਦੇ ਤੌਰ ਤੇ ਵੀ ਸਫਲਤਾ ਪ੍ਰਾਪਤ ਕਰਨ ਦੀ ਇੱਛਾ ਹੈ, ਤੇ ਉਹ ਇਕੱਲਾ ਨਹੀਂ ਦੌੜੇਗਾ, ਉਹ ਸਾਨੂੰ ਸਾਰਿਆਂ ਨੂੰ ਇਕੱਠਿਆਂ ਨਾਲ ਲੈ ਕੇ ਅੱਗੇ ਵਧਣਾ ਸ਼ੁਰੂ ਕਰੇਗਾ। ਤੇ ਖਿਆਲ ਕਰਿਓ, ਜਿੱਥੇ ਉਹ ਆਪ ਜਿੱਤੇਗਾ, ਆਪ ਸਕਸੈਸ ਪ੍ਰਾਪਤ ਕਰੇਗਾ, ਉੱਥੇ ਬਾਕੀਆਂ ਨੂੰ ਵੀ ਉਹਦੇ ਨਾਲ ਸਫਲਤਾ ਪ੍ਰਾਪਤ ਹੋਵੇਗੀ। ਤੇ ਐਸੇ ਹੀ ਇਨਸਾਨ ਨੂੰ ਧਾਰਮਿਕ ਦੁਨੀਆ ਦੇ ਵਿੱਚ ਸਭ ਤੋਂ ਸਫਲ ਇਨਸਾਨ ਮੰਨਿਆ ਜਾਂਦਾ ਹੈ। ਬੱਚਿਆਂ ਨੂੰ ਆਪਾਂ ਜਨਮ ਤੋਂ ਹੀ, ਜਦੋਂ ਤੋਂ ਉਹਨਾਂ ਦਾ ਸਕੂਲ ਸਟਾਰਟ ਹੁੰਦਾ ਹੈ, ਉਸੇ ਸਮੇਂ ਤੋਂ ਉਹਨਾਂ ਨੂੰ ਸਫਲ ਹੋਣ ਵਾਸਤੇ ਆਪਾਂ ਮੋਟੀਵੇਟ ਕਰਦੇ ਰਹਿੰਦੇ ਹਾਂ ਕਿ ਕਾਕਾ ਪੜ੍ਹ ਲਾ, ਪੜ੍ਹਾਈ ਕਰ ਲਾ, ਤੂੰ ਆਹ ਸਬਜੈਕਟ ਲੈ, ਇਸ ਸਬਜੈਕਟ ਦੇ ਵਿੱਚ ਤੂੰ ਇਹ ਡਿਗਰੀ ਪ੍ਰਾਪਤ ਕਰਕੇ ਤੂੰ ਇਸ ਸਫਲਤਾ ਤੱਕ, ਇਸ ਮੁਕਾਮ ਤੱਕ ਪਹੁੰਚ ਸਕਦਾ ਹੈ।
ਤੇਰੇ ਜੀਵਨ ਦੇ ਵਿੱਚ ਤੈਨੂੰ ਸਕਸੈਸ ਮਿਲ ਸਕਦੀ ਹੈ। ਬਚਪਨ ਤੋਂ ਹੀ ਆਪਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਪਾਉਣੀਆਂ ਸ਼ੁਰੂ ਕਰਦੇ ਹਾਂ। ਤੇ ਖਿਆਲ ਕਰਿਓ, ਬਚਪਨ ਤੋਂ ਬੱਚਿਆਂ ਨੂੰ ਮੋਟੀਵੇਟ ਕਰਨਾ ਮਾੜਾ ਨਹੀਂ, ਉਹਨਾਂ ਨੂੰ ਸਮਝਾਉਣਾ ਮਾੜਾ ਨਹੀਂ, ਉਹਨਾਂ ਨੂੰ ਵਿਦਿਆ ਦਿਵਾਉਣੀ ਜਾਂ ਡਿਗਰੀ ਤੱਕ ਪਹੁੰਚਾਉਣਾ ਮਾੜਾ ਨਹੀਂ। ਇਹਦੇ ਨਾਲ ਨਾਲ ਬੜਾ ਚੰਗਾ ਹੋਵੇ ਜੇਕਰ ਉਹਨਾਂ ਨੂੰ ਕੁਝ ਵੈਲਿਊਜ਼, ਕੁਝ ਜਿਹੜੇ ਵਰਚੂਜ਼ ਨੇ ਉਹਨਾਂ ਬਾਰੇ ਵੀ ਜਾਣਕਾਰੀ ਦੇਣੀ ਸਟਾਰਟ ਕਰ ਦਿੱਤੀ ਜਾਵੇ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ, ਹੁਣ ਦੇਖੋ ਸਫਲ ਇਨਸਾਨ, ਇਹਨਾਂ ਦੀਆਂ ਕੈਟੇਗਰੀਜ਼ ਅਲੱਗ-ਅਲੱਗ ਨੇ। ਕੁਝ ਐਸੇ ਨੇ ਜਿਹੜੇ ਕਿਸੇ ਨੂੰ ਧੋਖਾ ਦੇ ਕੇ ਆਪਣੀ ਸਫਲਤਾ ਪ੍ਰਾਪਤ ਕਰਕੇ ਮਾਣ ਪਏ ਕਰਦੇ ਨੇ ਕਿ ਮੈਂ ਸਫਲ ਹੋ ਗਿਆ। ਕੁਝ ਐਸੇ ਨੇ ਜਿਨ੍ਹਾਂ ਦਾ ਸਟੇਟਸ ਤੇ ਬਹੁਤਾ ਹਾਈ ਨਹੀਂ, ਪਰ ਉਹ ਦੁਨੀਆ ਦੀ ਨਜ਼ਰ ਦੇ ਵਿੱਚ ਇੱਕ ਦੂਜੇ ਨੂੰ ਉਹ ਸਹਿਯੋਗ ਦਿੰਦੇ ਪਏ ਨੇ। ਕਿਸੇ ਗਰੀਬ ਦਾ ਉਹ ਹੱਥ ਪਕੜਦਾ ਪਿਆ ਏ, ਕਿਸੇ ਗਰੀਬ ਨੂੰ ਉਹ ਉੱਪਰ ਉਠਾਉਂਦਾ ਪਿਆ ਏ, ਉਹਨੂੰ ਪੁਸ਼ ਕਰਦਾ ਪਿਆ ਏ ਤਾਂ ਕਿ ਉਹ ਵੀ ਸਫਲ ਹੋ ਸਕੇ। ਇਹ ਵੀ ਇੱਕ ਇਨਸਾਨ ਸਫਲ ਹੈ, ਪਰ ਇੱਕ ਉਸ ਨੂੰ ਵੀ ਲੋਕ ਸਫਲ ਮੰਨੀ ਬੈਠੇ ਨੇ ਜਿਹੜਾ ਹੈ ਤਾਂ ਆਤਮਿਕ ਤੌਰ ਤੇ ਫੇਲ, ਸੰਸਾਰਿਕ ਤੌਰ ਤੇ ਕਿਸੇ ਨੂੰ ਧੋਖਾ ਦੇ ਕੇ ਤੇ ਉਹ ਸਫਲ ਹੋਇਆ ਬੈਠਾ ਹੈ। ਫਰਕ ਹੈ, ਕੈਟੇਗਰੀਜ਼ ਦੇ ਵਿੱਚ ਫਰਕ ਹੈ। ਤੇ ਜਦੋਂ ਧਾਰਮਿਕ ਦੁਨੀਆ ਦਾ ਜ਼ਿਕਰ ਚੱਲਦਾ ਹੈ ਨਾ, ਫਿਰ ਉੱਥੇ ਕੇਵਲ ਦੁਨਿਆਵੀ ਤੌਰ ਤੇ ਸਫਲ ਹੋਏ ਇਨਸਾਨ ਨੂੰ ਸਫਲ ਨਹੀਂ ਜੇ ਮੰਨਿਆ ਜਾਂਦਾ। ਉਹ ਅਸਲ ਇਨਸਾਨ ਸਫਲ ਹੈ ਜਿਹੜਾ ਹੋਰਾਂ ਦੀ ਵੀ ਪਰਵਾਹ ਕਰਦਾ ਹੈ ਤੇ ਇਮਾਨਦਾਰੀ ਦੇ ਨਾਲ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਨਗਰ ਦੇ ਵਿੱਚ ਪਹੁੰਚਦੇ ਨੇ, ਬੜਾ ਲੰਬਾ ਸਫ਼ਰ ਕੀਤਾ, ਭਾਈ ਮਰਦਾਨਾ ਜੀ ਨਾਲ ਨੇ, ਭੁੱਖ ਲੱਗੀ ਹੈ। ਤੇ ਨਗਰ ਦੇ ਵਿੱਚ ਜਦੋਂ ਪਹੁੰਚੇ, ਨਗਰ ਦੇ ਲੋਕ ਗੁਰੂ ਨਾਨਕ ਸਾਹਿਬ ਦੇ ਕੋਲ ਇਕੱਠੇ ਹੋਣੇ ਸ਼ੁਰੂ ਹੋਏ, ਕਿਉਂਕਿ ਸਤਿਗੁਰੂ ਜੀ ਬਿਰਾਜਮਾਨ ਨੇ। ਭਾਈ ਮਰਦਾਨਾ ਜੀ ਰਬਾਬ ਪਏ ਵਜਾਉਂਦੇ ਨੇ ਤੇ ਸਤਿਗੁਰੂ ਜੀ ਕੀਰਤਨ ਕਰ ਰਹੇ ਨੇ। ਜਦੋਂ ਲੋਕ ਇਕੱਠੇ ਹੋਏ, ਗੱਲਾਂ ਬਾਤਾਂ ਹੋਈਆਂ ਤੇ ਲੋਕਾਂ ਨੇ ਪੁੱਛਿਆ ਕਿ ਬਾਬਾ ਕਿਸ ਤਰੀਕੇ ਦੇ ਨਾਲ ਅਸੀਂ ਤੁਹਾਡੀ ਸੇਵਾ ਕਰ ਸਕਦੇ ਹਾਂ, ਕਿਵੇਂ ਤੁਹਾਡੀ ਹੈਲਪ ਕਰ ਸਕਦੇ ਹਾਂ, ਮਦਦ ਕਰ ਸਕਦੇ ਹਾਂ। ਤੇ ਸਤਿਗੁਰਾਂ ਨੇ ਕਿਹਾ, ਕਹਿਣ ਲੱਗੇ ਕਿ ਬੜੇ ਲੰਬੇ ਸਫ਼ਰ ਦੇ ਵਿੱਚੋਂ ਆਏ ਆ, ਸਾਡਾ ਸਾਥੀ ਜਿਹੜਾ ਇਹਨੂੰ ਭੁੱਖ ਲੱਗੀ ਹੋਈ ਹੈ, ਕੁਝ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ। ਤੇ ਉਹ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਨਗਰ ਦੇ ਵਿੱਚ ਸਾਡਾ ਇੱਕ ਲੀਡਰ ਹੈ, ਜਿਹੜਾ ਵੀ ਕੋਈ ਪੀਰ ਫਕੀਰ ਸਾਡੇ ਪਿੰਡ ਦੇ ਵਿੱਚ, ਕੋਈ ਸਾਧੂ, ਕੋਈ ਮਹਾਤਮਾ ਆਉਂਦਾ ਹੈ, ਕੇਵਲ ਉਹੀ ਉਹਨਾਂ ਪੀਰਾਂ ਫਕੀਰਾਂ, ਸਾਧੂ, ਰੱਬ ਦੇ ਬੰਦਿਆਂ ਦੀ ਉਹ ਸੇਵਾ ਕਰਦਾ ਹੈ। ਤੇ ਜੇ ਉਸ ਨੂੰ ਦੱਸੇ ਬਗੈਰ ਸਾਡੇ ਵਿੱਚੋਂ ਕਿਸੇ ਨੇ ਹੋਰ ਨੇ ਤੁਹਾਡੀ ਸੇਵਾ ਕਰ ਦਿੱਤੀ ਤਾਂ ਉਹ ਸਾਡੇ ਨਾਲ ਨਾਰਾਜ਼ ਹੋ ਜਾਏਗਾ। ਕਹਿੰਦੇ ਇਹ ਗੱਲਾਂ ਚੱਲਦੀਆਂ ਪਈਆਂ ਸੀ। ਇੰਨੇ ਸਮੇਂ ਦੇ ਵਿੱਚ ਹੀ ਉਹ ਪਿੰਡ ਦਾ ਲੀਡਰ ਜਿਹੜਾ ਨਾ, ਉਹ ਵੀ ਉੱਥੇ ਪਹੁੰਚਦਾ, ਗੁਰੂ ਨਾਨਕ ਸਾਹਿਬ ਨੂੰ ਮਿਲਦਾ, ਗੱਲਾਂ ਬਾਤਾਂ ਹੁੰਦੀਆਂ ਨੇ ਤੇ ਉਹ ਆਪਣੇ ਘਰ ਨੂੰ ਲੈ ਕੇ ਜਾਂਦਾ ਹੈ ਜੀ। ਉਹਦਾ ਨਾਂ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਹੈ ਭਾਈ ਭੂਮੀਆਂ। ਵੈਸੇ ਉਹਨੂੰ ਭੂਮੀਆਂ ਚੋਰ ਵੀ ਕਿਹਾ ਜਾਂਦਾ ਹੈ, ਪਰ ਖਿਆਲ ਕਰਿਓ ਜਦੋਂ ਭੂਮੀਆਂ ਚੋਰ ਆਪਾਂ ਉਦੋਂ ਕਹਾਂਗੇ ਜਦੋਂ ਅਜੇ ਗੁਰੂ ਨਾਨਕ ਸਾਹਿਬ ਦੇ ਨਾਲ ਮੇਲ ਨਹੀਂ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਮੇਲ ਹੋ ਗਿਆ, ਜੀਵਨ ਚੇਂਜ ਹੋ ਜਾਂਦਾ ਹੈ ਤੇ ਫਿਰ ਨਾਮ ਵੀ ਚੇਂਜ ਹੋ ਜਾਂਦਾ ਹੈ। ਜਿਵੇਂ ਸੱਜਣ ਠੱਗ ਕਿਹਾ ਜਾਂਦਾ ਸੀ, ਅੱਜ ਆਪਾਂ ਉਹਨਾਂ ਨੂੰ ਭਾਈ ਸੱਜਣ ਕਹਾਂਗੇ। ਕਹਿੰਦੇ ਇਹ ਭਾਈ ਭੂਮੀਆਂ, ਜਿਨ੍ਹਾਂ ਨੂੰ ਕਿ ਚੋਰ ਕਿਹਾ ਜਾਂਦਾ ਸੀ, ਉਹ ਗੁਰੂ ਨਾਨਕ ਸਾਹਿਬ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਗਏ। ਘਰ ਦੇ ਵਿੱਚ ਹਰ ਇੱਕ ਸੁੱਖ ਸਹੂਲਤ ਹੈ, ਬੜਾ ਖੂਬਸੂਰਤ ਘਰ ਹੈ। ਤੇ ਸਤਿਗੁਰਾਂ ਨੂੰ ਆਪਣੇ ਘਰ ਦੇ ਵਿੱਚ ਜਾ ਕੇ ਬਿਰਾਜਮਾਨ ਕੀਤਾ। ਘਰ ਦੇ ਜਿਹੜੇ ਮੈਂਬਰ ਨੇ, ਪਤਨੀ ਹੈ, ਉਹਨਾਂ ਨੇ ਸਤਿਗੁਰਾਂ ਵਾਸਤੇ, ਭਾਈ ਮਰਦਾਨੇ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਤਿਗੁਰਾਂ ਦੇ ਸਨਮੁਖ ਲਿਆ ਕੇ ਰੱਖਿਆ। ਜਦੋਂ ਉਹ ਪ੍ਰਸ਼ਾਦਾ ਸਤਿਗੁਰਾਂ ਦੇ ਸਾਹਮਣੇ ਆਇਆ, ਭਾਈ ਭੂਮੀਆਂ ਉਹ ਕਹਿੰਦਾ ਸਤਿਗੁਰੂ ਜੀ ਛਕੋ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਇੱਕ ਸਵਾਲ ਕੀਤਾ। ਕਹਿਣ ਲੱਗੇ ਪ੍ਰਸ਼ਾਦਾ ਅਸੀਂ ਛਕਾਂਗੇ, ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਜਿਸ ਕਮਾਈ ਦੇ ਨਾਲ ਇਹ ਪ੍ਰਸ਼ਾਦਾ ਤਿਆਰ ਹੋਇਆ ਹੈ, ਉਸ ਕਮਾਈ ਦਾ ਸਾਧਨ ਕੀ ਹੈ? ਘਰ ਬੜਾ ਖੂਬਸੂਰਤ ਹੈ, ਪ੍ਰਸ਼ਾਦਾ ਤੂੰ ਤਿਆਰ ਕਰਕੇ ਰੱਖਿਆ ਹੈ, ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਜਿਸ ਕਮਾਈ ਦੇ ਨਾਲ ਇਹ ਭੋਜਨ ਤਿਆਰ ਹੋਇਆ ਹੈ, ਉਹ ਕਮਾਈ ਕੈਸੀ ਹੈ ਤੇਰੀ? ਤੇ ਭਾਈ ਭੂਮੀਆਂ ਚੋਰ ਜਿਹੜਾ ਹੈ ਨਾ, ਉਹ ਕੁਝ ਸਮੇਂ ਵਾਸਤੇ ਚੁੱਪ ਹੁੰਦਾ ਹੈ। ਮਨ ਦੇ ਵਿੱਚ ਖਿਆਲ ਚੱਲਦੇ ਨੇ। ਖਿਆਲ ਕੀ ਹੈ ਕਿ ਜੇਕਰ ਮੈਂ ਇਸ ਰੱਬ ਦੇ ਬੰਦੇ ਨਾਲ ਝੂਠ ਬੋਲਾਂ ਤੇ ਰੱਬ ਦੇ ਬੰਦੇ ਦੇ ਨਾਲ ਝੂਠ ਬੋਲਿਆ ਹੋਇਆ ਚੰਗਾ ਨਹੀਂ ਲੱਗਦਾ, ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਵੀ ਮੂੰਹ ਦਿਖਾਉਣਾ ਹੈ। ਤੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਬਾਬਾ ਤੇਰੀ ਜਗ੍ਹਾ ਕੋਈ ਹੋਰ ਮੈਨੂੰ ਇਹ ਸਵਾਲ ਕਰਦਾ ਤੇ ਮੈਂ ਸ਼ਾਇਦ ਝੂਠ ਬੋਲ ਦਿੰਦਾ, ਪਰ ਤੁਸੀਂ ਰੱਬ ਦੇ ਬੰਦੇ ਹੋ, ਫਕੀਰ ਲੋਕ ਹੋ, ਤੁਹਾਡੇ ਨਾਲ ਮੈਂ ਝੂਠ ਨਹੀਂ ਬੋਲ ਸਕਦਾ। ਅਸਲ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਨਾ, ਉਹਦਾ ਜਵਾਬ ਇਹ ਹੈ ਕਿ ਮੇਰਾ ਇੱਕ ਗਰੁੱਪ ਹੈ, ਸਾਡਾ ਕੁਝ ਬੰਦਿਆਂ ਦਾ ਇੱਕ ਗਰੁੱਪ ਹੈ। ਅਸੀਂ ਕੀ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ ਜਾ ਕੇ ਡਾਕੇ ਡਾਲਦੇ ਹਾਂ, ਚੋਰੀਆਂ ਕਰਦੇ ਹਾਂ।
ਤੇ ਉਹ ਜਿਹੜਾ ਪੈਸਾ ਆਉਂਦਾ ਹੈ, ਉਸ ਪੈਸੇ ਦੇ ਨਾਲ ਹੀ ਘਰ ਦੇ ਵਿੱਚ ਵਸਤੂਆਂ ਆਉਂਦੀਆਂ ਨੇ, ਪਦਾਰਥ ਆਉਂਦੇ ਨੇ, ਉਹਨਾਂ ਪੈਸਿਆਂ ਦੇ ਨਾਲ ਹੀ ਅਨਾਜ ਆਉਂਦਾ ਹੈ। ਤੇ ਉਸੇ ਅਨਾਜ ਦੇ ਵਿੱਚੋਂ ਇਹ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਤੁਹਾਡੇ ਸਾਹਮਣੇ ਰੱਖਿਆ ਹੋਇਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸੇ ਸਮੇਂ ਕਹਿ ਦਿੱਤਾ, ਕਹਿਣ ਲੱਗੇ, ਭਲਿਆ ਜੇ ਤੇਰੀ ਐਸੀ ਕਮਾਈ ਦੇ ਨਾਲ ਇਹ ਪ੍ਰਸ਼ਾਦਾ ਤਿਆਰ ਹੋ ਕੇ ਇੱਥੋਂ ਤੱਕ ਪਹੁੰਚਿਆ ਤੇ ਮੈਂ ਇਹ ਛਕ ਨਹੀਂ ਸਕਦਾ, ਕਿਉਂਕਿ ਮੇਰੀ ਜ਼ਿੰਦਗੀ ਦਾ ਇਹ ਅਸੂਲ ਹੈ ਕਿ ਮੈਂ ਉਹੀ ਪ੍ਰਸ਼ਾਦਾ ਛਕਦਾ ਜਿਸ ਪ੍ਰਸ਼ਾਦੇ ਨੂੰ ਹੱਕ ਦੀ ਕਮਾਈ ਦੇ ਨਾਲ ਤਿਆਰ ਕੀਤਾ ਹੋਵੇ, ਕਿਸੇ ਦਾ ਹੱਕ ਨਾ ਮਾਰਿਆ ਹੋਵੇ, ਜਿਸ ਕਮਾਈ ਦੇ ਵਿੱਚ ਕੇਵਲ ਮੈਂ ਉਹ ਪ੍ਰਸ਼ਾਦਾ ਛਕਦਾ। ਤੇ ਭਾਈ ਭੂਮੀਆਂ ਕਹਿੰਦਾ ਬਾਬਾ, ਜੇਕਰ ਤੁਸੀਂ ਹੁਣ ਪ੍ਰਸ਼ਾਦਾ ਨਾ ਛਕਿਆ ਮੇਰੇ ਘਰੋਂ, ਇਸੇ ਤਰ੍ਹਾਂ ਚਲੇ ਗਏ ਬਿਨਾਂ ਛਕੇ, ਮੈਨੂੰ ਠੀਕ ਚੰਗਾ ਨਹੀਂ ਲੱਗੇਗਾ, ਤੇ ਦੂਜਾ ਪਿੰਡ ਦੇ ਲੋਕਾਂ ਦੇ ਵਿੱਚ ਵੀ ਮੇਰੀ ਨਰਾਦਰੀ ਹੋਏਗੀ, ਇਨਸਲਟ ਹੋਏਗੀ। ਤੇ ਬਾਬਾ ਨਾਨਕ ਜੀ ਅੱਗੋਂ ਕਹਿੰਦੇ ਨੇ, ਭਲਿਆ ਪ੍ਰਸ਼ਾਦਾ ਤੇਰੇ ਘਰ ਦਾ ਅਸੀਂ ਛਕਾਂਗੇ ਜ਼ਰੂਰ, ਪਰ ਜੇਕਰ ਤੂੰ ਆਪਣੇ ਹੱਥ ਦੇ ਨਾਲ ਕਮਾਈ ਕਰਕੇ, ਹੱਕ ਦੀ ਕਮਾਈ ਕਰਕੇ ਪ੍ਰਸ਼ਾਦਾ ਤਿਆਰ ਕਰਕੇ ਛਕਾਵੇਂ ਤਾਂ ਅਸੀਂ ਉਹ ਜ਼ਰੂਰ ਛਕਾਂਗੇ। ਕਹਿੰਦੇ ਨੇ ਉਹ ਜੰਗਲ ਦੇ ਵਿੱਚ ਜਾਂਦਾ ਹੈ, ਲੱਕੜਾਂ ਕੱਟਦਾ ਹੈ, ਵੇਚਦਾ ਹੈ ਬਾਜ਼ਾਰ ਦੇ ਵਿੱਚ, ਜੋ ਪੈਸੇ ਮਿਲਦੇ ਨੇ ਉਹਦੇ ਨਾਲ ਅਨਾਜ ਖਰੀਦਦਾ ਹੈ, ਉਸ ਅਨਾਜ ਦਾ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਪ੍ਰਸ਼ਾਦਾ ਛਕਦੇ ਨੇ। ਤੇ ਇੱਥੇ ਗੁਰੂ ਨਾਨਕ ਸਾਹਿਬ ਉਸ ਭੂਮੀਏ ਚੋਰ ਨੂੰ 3 ਉਪਦੇਸ਼ ਦਿੰਦੇ ਨੇ ਸਾਧ ਸੰਗਤ। ਤੇ ਜੇਕਰ ਜਿੱਥੇ ਆਪਾਂ ਬੱਚਿਆਂ ਨੂੰ ਮੋਟੀਵੇਟ ਕਰਦੇ ਪਏ ਨਾ ਸਫਲ ਹੋਣ ਵਾਸਤੇ, ਤੇ ਜੇਕਰ ਇਹ 3 ਗੁਣ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਪਾ ਦਿੱਤੇ ਜਾਣ ਕਿ ਭਈ ਜਿੱਥੇ ਤੁਸੀਂ ਸੰਸਾਰਿਕ ਤੌਰ ਤੇ ਵਿੱਦਿਆ ਪ੍ਰਾਪਤ ਕਰਕੇ, ਨੌਲੇਜ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕਰਨੀ ਹੈ, ਬੇਟਾ ਉੱਥੇ ਇਹ ਗੁਣ ਵੀ ਆਪਣੇ ਜੀਵਨ ਦੇ ਵਿੱਚ ਧਾਰਨ ਕਰਨੇ ਨੇ, ਤਾਂ ਹੀ ਤੁਹਾਨੂੰ ਕੰਪਲੀਟ ਤੌਰ ਤੇ ਇੱਕ ਸਫਲ ਇਨਸਾਨ ਮੰਨਿਆ ਜਾ ਸਕਦਾ ਹੈ, ਤਾਂ ਹੀ ਤੁਸੀਂ ਦੁਨੀਆ ਦੀ ਨਜ਼ਰ ਦੇ ਵਿੱਚ ਸਫਲ ਕਹਾ ਸਕਦੇ ਹੋ, ਜੇਕਰ ਸੰਸਾਰਿਕ ਗਿਆਨ ਦੇ ਨਾਲ ਨਾਲ ਤੁਹਾਡੇ ਕੋਲ ਇਹ ਚੰਗੇ ਗੁਣ ਵੀ ਹੋਣ। ਉਹ 3 ਗੁਣ ਕਿਹੜੇ? ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਭੂਮੀਏ ਚੋਰ ਨੂੰ ਕਹਿੰਦੇ ਨੇ, ਭਲਿਆ ਆਹ 3 ਗੱਲਾਂ ਆਪਣੇ ਪੱਲੇ ਬੰਨ ਲਾ, ਜੇਕਰ ਤੂੰ ਚਾਹੁੰਦਾ ਕਿ ਸਫਲ ਹੋਵੇ, ਤੇਰਾ ਜੀਵਨ ਸਫਲ ਹੋ ਸਕੇ, ਤੇ ਇਹ 3 ਗੁਣ ਜਿਹੜੇ ਨੇ ਉਹ ਆਪਣੇ ਪੱਲੇ ਬੰਨ ਲਾ। ਹੱਥ ਜੋੜੇ ਭਾਈ ਭੂਮੀਏ ਚੋਰ ਨੇ, ਕਹਿਣ ਲੱਗਾ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ। ਤੇ ਗੁਰੂ ਨਾਨਕ ਸਾਹਿਬ ਫਿਰ ਮਹਾਰਾਜ ਉੱਥੇ ਦੱਸਦੇ ਪਏ ਨੇ, ਕਹਿੰਦੇ ਸਭ ਤੋਂ ਪਹਿਲਾਂ ਸੱਚ ਬੋਲਣਾ। ਜ਼ਿੰਦਗੀ ਦੇ ਵਿੱਚ ਕੈਸੀ ਵੀ ਸਿਚੁਏਸ਼ਨ ਆ ਜਾਏ, ਸੱਚ ਦਾ ਲੜ ਨਹੀਂ ਛੱਡਣਾ, ਹਮੇਸ਼ਾ ਆਪਣੀ ਜ਼ੁਬਾਨ ਤੋਂ ਸੱਚ ਹੀ ਬੋਲਣਾ ਹੈ, ਝੂਠ ਨੂੰ ਆਪਣੀ ਜ਼ੁਬਾਨ ਤੇ ਲੈ ਕੇ ਨਹੀਂ ਆਉਣਾ, ਸੱਚ ਦਾ ਹੀ ਪੱਲਾ ਪਕੜ ਕੇ ਰੱਖਣਾ ਹੈ। ਦੂਜੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਗਰੀਬ ਨੂੰ ਗਰੀਬ ਮਾਰ ਨਹੀਂ ਕਰਨੀ। ਗਰੀਬ ਮਾਰ ਤੋਂ ਭਾਵ ਹੈ ਕਿ ਕਿਸੇ ਗਰੀਬ ਦਾ ਹੱਕ ਨਹੀਂ ਮਾਰਨਾ। ਤੇ ਹੁਣ ਇੱਥੇ ਮਤ ਸੋਚਿਓ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਗਰੀਬ ਦਾ ਹੱਕ ਨਹੀਂ ਮਾਰਨਾ ਤੇ ਅਮੀਰ ਦਾ ਮਾਰ ਸਕਦੇ ਆ, ਨਹੀਂ। ਸਤਿਗੁਰਾਂ ਦਾ ਬਚਨ ਪੜੋ ਬਾਣੀ ਦੇ ਵਿੱਚੋਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਕਿਸੇ ਦਾ ਹੱਕ ਮਾਰਨਾ, ਚਾਹੇ ਉਹ ਗਰੀਬ ਹੋਵੇ ਤੇ ਚਾਹੇ ਉਹ ਹੋਵੇ ਅਮੀਰ, ਸਤਿਗੁਰੂ ਜੀ ਕਹਿੰਦੇ ਹੱਕ ਕਿਸੇ ਦਾ ਨਹੀਂ ਮਾਰਨਾ। ਖਿਆਲ ਰੱਖੀ, ਗਰੀਬ ਮਾਰ ਨਹੀਂ ਕਰਨੀ, ਹੱਕ ਨਹੀਂ ਕਿਸੇ ਦਾ ਮਾਰਨਾ। ਤੇ ਤੀਜੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਕਹੀ, ਕਹਿਣ ਲੱਗੇ ਲੂਣ ਖਾ ਕੇ ਹਰਾਮ ਨਹੀਂ ਕਰਨਾ। ਇਹਦਾ ਭਾਵ ਹੈ ਕਿ ਜਿਸ ਦੇ ਘਰ ਦੇ ਵਿੱਚੋਂ ਤੁਸੀਂ ਪ੍ਰਸ਼ਾਦਾ ਛਕਿਆ ਹੈ, ਉਹਦਾ ਲੂਣ ਖਾਦਾ ਹੈ, ਉਹਦੇ ਨਾਲ ਕਦੇ ਧੋਖਾ ਨਹੀਂ ਕਰਨਾ, ਉਹਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ। ਇਹ 3 ਗੁਣ ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਪੱਲੇ ਬੰਨ੍ਹ ਲਓ ਤੇ ਜੀਵਨ ਤੁਹਾਡਾ ਸਫਲ ਹੋ ਜਾਏਗਾ। ਤੇ ਸਾਧ ਸੰਗਤ, ਇਹ 3 ਗੁਣ ਆਪਣੇ ਬੱਚਿਆਂ ਨੂੰ ਵੀ ਆਪਾਂ ਸਿਖਾਈਏ ਕਿ ਬੇਟਾ ਇਹ 3 ਗੁਣਾਂ ਨੂੰ ਜੀਵਨ ਦਾ ਆਧਾਰ ਬਣਾਉਣਾ ਹੈ। ਸੱਚ ਬੋਲਣਾ ਹੈ, ਗਰੀਬ ਮਾਰ ਨਹੀਂ ਕਰਨੀ, ਤੇ ਲੂਣ ਖਾ ਕੇ ਹਰਾਮ ਨਹੀਂ ਕਰਨਾ। ਜਿਸ ਦੇ ਘਰ ਦਾ ਨਮਕ ਖਾਦਾ ਹੋਵੇ, ਉਸ ਘਰ ਦੇ ਨਾਲ ਕਦੇ ਵੀ ਧੋਖਾ ਨਹੀਂ ਕਰਨਾ। ਤੇ ਜਦੋਂ ਇਹ 3 ਗੁਣ ਜੀਵਨ ਦੇ ਵਿੱਚ ਆ ਜਾਣ, ਸੰਸਾਰ ਦੀ ਨੌਲੇਜ, ਸੰਸਾਰ ਦਾ ਗਿਆਨ ਪੱਲੇ ਹੋਵੇ, ਤੇ ਫਿਰ ਸਾਧ ਸੰਗਤ ਖਿਆਲ ਕਰਿਓ, ਐਸਾ ਹੀ ਇਨਸਾਨ ਪੂਰਨ ਸਫਲਤਾ ਦੇ ਮੁਕਾਮ ਤੇ ਪਹੁੰਚਦਾ ਹੈ। ਤੇ ਜਿਹੜਾ ਹੁਣ ਇਹਨਾਂ ਚੰਗੇ ਗੁਣਾਂ ਨੂੰ ਤੇ ਸੰਸਾਰਿਕ ਗਿਆਨ ਨੂੰ ਨਾਲ ਲੈ ਕੇ ਇਕੱਠਿਆਂ ਚੱਲਦਾ ਹੋਇਆ ਜਿਹੜਾ ਅੱਗੇ ਵੱਧਦਾ ਹੈ ਨਾ, ਫਿਰ ਉਹੀ ਇਨਸਾਨ ਸਹੀ ਅਰਥਾਂ ਦੇ ਵਿੱਚ ਸਫਲ ਕਹਾਉਣ ਦੇ ਕਾਬਿਲ ਹੈ। ਉਸ ਇਨਸਾਨ ਨੂੰ ਸਫਲ ਨਹੀਂ ਜੇ ਮੰਨਦੀ ਬਾਣੀ ਜਾਂ ਸਤਿਗੁਰੂ ਸਾਹਿਬਾਨ। ਜਿਸ ਇਨਸਾਨ ਨੇ ਜੀਵਨ ਦੇ ਵਿੱਚ ਧਨ ਕਮਾਉਣ ਦੇ ਲਈ, ਮਾਇਆ ਕਮਾਉਣ ਦੇ ਲਈ ਕਿਸੇ ਗਰੀਬ ਦਾ ਹੱਕ ਮਾਰਿਆ ਹੋਵੇ, ਕਿਸੇ ਦੇ ਨਾਲ ਧੋਖਾ ਕੀਤਾ ਹੋਵੇ, ਕਿਸੇ ਨੂੰ ਲੁੱਟਿਆ ਹੋਵੇ, ਐਸਾ ਇਨਸਾਨ ਜਿਹੜਾ ਦੌਲਤਮੰਦ ਹੋਏਗਾ, ਉਸ ਨੂੰ ਸਤਿਗੁਰੂ ਜੀ ਸਫਲ ਨਹੀਂ ਜੇ ਮੰਨਦੇ। ਉਹ ਤਾਂ ਇਦਾਂ ਕਹਿ ਲਈਏ ਕਿ ਫੇਲ ਹੋ ਗਿਆ। ਸੰਸਾਰਿਕ ਤੌਰ ਤੇ ਅਸੀਂ ਸਮਝਦੇ ਹੋਵਾਂਗੇ ਕਿ ਸ਼ਾਇਦ ਉਹ ਸਫਲ ਹੈ,
ਹੀਰੋ ਬਣ ਗਿਆ, ਪਰ ਸਤਿਗੁਰੂ ਜੀ ਕਹਿੰਦੇ ਨੇ ਆਤਮਿਕ ਤੌਰ ਤੇ ਉਹ ਬਿਲਕੁਲ ਜ਼ੀਰੋ ਹੋ ਗਿਆ, ਕਿਉਂਕਿ ਉਹਦੇ ਅੰਦਰ ਚੰਗਾ ਗੁਣ ਹੀ ਕੋਈ ਨਹੀਂ। ਹੁਣ ਜਿਹੜਾ ਆਤਮਿਕ ਤੌਰ ਤੇ ਚੰਗੇ ਗੁਣਾਂ ਦੇ ਨਾਲ ਜਦੋਂ ਆਪਾਂ ਧਰਮ ਦੀ ਸਿੱਖਿਆ, ਧਰਮ ਦਾ ਗਿਆਨ ਆਪਣੇ ਬੱਚਿਆਂ ਦੇ ਅੰਦਰ ਪਾਵਾਂਗੇ, ਤੇ ਖਿਆਲ ਕਰਿਓ ਫਿਰ ਉਹ ਬੱਚੇ ਜਿਹੜੇ ਨੇ ਨਾ, ਉਹਨਾਂ ਨੂੰ ਸਮਝ ਹੋਏਗੀ ਕਿ ਅਸਲ ਦੇ ਵਿੱਚ ਸਫਲ ਹੋਇਆ ਕਿਵੇਂ ਜਾਂਦਾ ਹੈ। ਫਿਰ ਉਹ ਕਿਸੇ ਦੇ ਨਾਲ ਧੋਖਾ ਆਪਣੇ ਆਪ ਹੀ ਨਹੀਂ ਕਰਨਗੇ। ਉਹਨਾਂ ਨੂੰ ਪਤਾ ਹੋਏਗਾ ਕਿ ਧਰਮ ਦੀ ਦੁਨੀਆ ਜਾਂ ਗੁਰੂ ਸਾਹਿਬਾਨ ਜਿਹੜੇ ਨੇ ਸਾਨੂੰ ਐਸੇ ਕਰਮ ਕਰਨ ਤੋਂ ਰੋਕਦੇ ਨੇ, ਤੇ ਮੈਂ ਕਿਸੇ ਨੂੰ ਧੋਖਾ ਦੇਣਾ ਨਹੀਂ। ਪਰ ਖਿਆਲ ਕਰਿਓ, ਸਫਲਤਾ ਪ੍ਰਾਪਤ ਕਰਨੀ ਹਰ ਇੱਕ ਇਨਸਾਨ ਦੀ ਮੰਜ਼ਿਲ ਜ਼ਰੂਰ ਹੈ, ਪਰ ਸਫਲਤਾ ਪ੍ਰਾਪਤ ਕਿਵੇਂ ਕਰਨੀ ਹੈ ਇਹ ਬਹੁਤ ਵਿਰਲਿਆਂ ਨੂੰ ਪਤਾ ਹੈ। ਪੂਰਨ ਤੌਰ ਤੇ ਸਫਲ ਕਿਵੇਂ ਹੋਇਆ ਜਾ ਸਕਦਾ ਹੈ, ਬਹੁਤ ਘੱਟ ਲੋਕ ਜਾਣਦੇ ਨੇ। ਜਿਨ੍ਹਾਂ ਨੂੰ ਪਤਾ ਲੱਗ ਗਿਆ ਫਿਰ ਉਹ ਸਹੀ ਅਰਥਾਂ ਦੇ ਵਿੱਚ ਸਫਲ ਹੁੰਦੇ ਵੀ ਨੇ। ਤੇ ਸਤਿਗੁਰੂ ਸਾਹਿਬਾਨਾਂ ਦੀ ਜਦੋਂ ਆਪਾਂ ਬਾਣੀ ਪੜ੍ਹਾਂਗੇ, ਤੇ ਇੱਥੇ ਸਤਿਗੁਰੂ ਜੀ ਵੀ ਫਿਰ ਸਮਝਾਉਂਦੇ ਨੇ ਕਿ ਸਫਲ ਇਨਸਾਨ ਹੈ ਕੌਣ। ਪਤਾ ਕੀ ਕਹਿੰਦੇ ਸਤਿਗੁਰੂ ਜੀ? ਕਹਿੰਦੇ ਉਹ ਇਨਸਾਨ ਸਫਲ ਹੈ ਜਿਸ ਇਨਸਾਨ ਨੇ ਉਸ ਮਾਲਕ ਦਾ ਸਹਾਰਾ ਲੈ ਕੇ ਆਪਣੇ ਆਤਮਿਕ ਜੀਵਨ ਨੂੰ ਰੁਸ਼ਨਾ ਲਿਆ। ਉਹ ਇਨਸਾਨ ਸਫਲ ਹੈ, ਉਹਦਾ ਜੀਵਨ ਸਫਲ ਹੋ ਗਿਆ। ਕਿਸ ਦਾ ਜੀ? ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ। ਜਿਸ ਦਾ ਮੇਲ ਗੁਰੂ ਦੇ ਨਾਲ ਹੋ ਗਿਆ, ਗੁਰੂ ਨੇ ਸਹੀ ਟਰੈਕ ਦਿਖਾ ਦਿੱਤਾ, ਸਹੀ ਰਸਤਾ ਦਿਖਾ ਦਿੱਤਾ। ਸਤਿਗੁਰੂ ਜੀ ਕਹਿੰਦੇ ਫਿਰ ਉਹ ਇਨਸਾਨ ਸਫਲ ਹੋ ਗਿਆ, ਉਹਦਾ ਜੀਵਨ ਸਫਲ ਹੋ ਗਿਆ, ਸੰਸਾਰਿਕ ਤੌਰ ਤੇ ਵੀ ਤੇ ਆਤਮਿਕ ਤੌਰ ਤੇ ਵੀ। ਸਫਲ ਜਨਮ ਮੋਕਉ ਗੁਰ ਕੀਨਾ, ਭਗਤ ਨਾਮਦੇਵ ਜੀ ਵੀ ਕਹਿ ਰਹੇ ਨੇ। ਕਹਿੰਦੇ ਗੁਰੂ ਨੇ ਕਿਰਪਾ ਕਰਕੇ ਮੇਰੇ ਜੀਵਨ ਨੂੰ ਸਫਲ ਬਣਾ ਦਿੱਤਾ, ਮੈਨੂੰ ਸਫਲਤਾ ਦੀ ਮੰਜ਼ਿਲ ਤੇ ਪਹੁੰਚਾ ਦਿੱਤਾ ਗੁਰੂ ਨੇ। ਸਫਲ ਜਨਮ ਮੋਕਉ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ। ਹੁਣ ਸਾਧ ਸੰਗਤ ਵਿਚਾਰ ਕੇ ਦੇਖਿਓ, ਜਿਨ੍ਹਾਂ ਨੂੰ ਸੰਸਾਰਿਕ ਤੌਰ ਤੇ ਅਸੀਂ ਸਫਲ ਮੰਨਦੇ ਹਾਂ ਨਾ, ਵੇਖਣ ਨੂੰ ਉਹ ਜ਼ਰੂਰ ਸਾਨੂੰ ਸੁਖੀ ਜਾਂ ਖੁਸ਼ ਨਜ਼ਰ ਆਉਂਦੇ ਨੇ, ਪਰ ਅੰਦਰੂਨੀ ਤੌਰ ਤੇ ਉਹਨਾਂ ਵਰਗਾ ਦੁਖੀ ਬੰਦਾ ਹੀ ਕੋਈ ਨਹੀਂ। ਤੇ ਭਗਤ ਨਾਮਦੇਵ ਜੀ ਕੀ ਕਹਿੰਦੇ ਨੇ? ਕਹਿੰਦੇ ਨੇ ਗੁਰੂ ਨੇ ਮੈਨੂੰ ਕੇਵਲ ਸਫਲ ਹੀ ਨਹੀਂ ਬਣਾਇਆ, ਮੈਨੂੰ ਸਫਲਤਾ ਦੀ ਮੰਜ਼ਿਲ ਤੱਕ ਹੀ ਨਹੀਂ ਪਹੁੰਚਾਇਆ, ਸਗੋਂ ਦੁੱਖ ਵਿਸਾਰ ਸੁਖ ਅੰਤਰ ਲੀਨਾ, ਮੇਰੇ ਜੀਵਨ ਦੇ ਵਿੱਚੋਂ ਦੁੱਖਾਂ ਨੂੰ ਖਤਮ ਕਰਕੇ ਸੁਖੀ ਜੀਵਨ ਬਖਸ਼ਿਸ਼ ਕਰ ਦਿੱਤਾ ਹੈ। ਇਹੀ ਤਾਂ ਸਫਲਤਾ ਦੀ ਮੰਜ਼ਿਲ ਹੈ। ਇੱਕ ਤਾਂ ਆਤਮਿਕ ਤੌਰ ਤੇ ਤੁਸੀਂ ਆਪਣੇ ਲਾਈਫ ਦੇ ਪਰਪਸ ਨੂੰ ਸਮਝ ਕੇ ਉਹਦੀ ਪ੍ਰਾਪਤੀ ਲਈ ਯਤਨ ਕਰਨਾ ਗੁਰੂ ਕਿਰਪਾ ਦੇ ਨਾਲ। ਤੇ ਜਦੋਂ ਗੁਰੂ ਦੀ ਕਿਰਪਾ ਹੋਵੇ, ਆਤਮਿਕ ਤੌਰ ਤੇ ਜੀਵਨ ਤੁਹਾਡਾ ਸੁਖੀ ਹੋ ਜਾਏ, ਦੁੱਖ ਜੀਵਨ ਦੇ ਵਿੱਚ ਚਲੇ ਜਾਣ, ਇਹੀ ਹੀ ਸਫਲਤਾ ਹੈ। ਦੁੱਖ ਵਿਸਾਰ ਸੁਖ ਅੰਤਰ ਲੀਨਾ, ਗਿਆਨ ਅੰਜਨ ਮੋਕਉ ਗੁਰ ਦੀਨਾ, ਰਾਮ ਨਾਮ ਬਿਨ ਜੀਵਨ ਮਨ ਹੀਨਾ। ਇਹ ਗੁਰੂ ਦੇ ਪਾਸੋਂ ਮੈਨੂੰ ਭਗਤ ਨਾਮਦੇਵ ਜੀ ਕਹਿੰਦੇ ਸਮਝ ਪੈ ਗਈ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜੀਵਨ ਅਧੂਰਾ ਹੈ। ਬੰਦਗੀ ਤੋਂ ਬਿਨਾਂ, ਚੰਗੇ ਗੁਣਾਂ ਤੋਂ ਬਿਨਾਂ, ਵਰਚੂਸ ਤੋਂ ਬਿਨਾਂ ਜੀਵਨ ਜਿਹੜਾ ਹੈ ਉਹ ਅਧੂਰਾ ਹੈ। ਤੇ ਅਧੂਰਾ ਜੀਵਨ ਜਿਹੜਾ ਹੈ ਨਾ, ਅਧੂਰੇ ਜੀਵਨ ਵਾਲਾ ਇਨਸਾਨ ਕਦੇ ਸਫਲ ਹੋ ਹੀ ਨਹੀਂ ਸਕਦਾ। ਜਿਸ ਦੇ ਜੀਵਨ ਦੇ ਵਿੱਚ ਇਹ ਪ੍ਰਮਾਤਮਾ ਦਾ ਨਾਮ, ਗੁਰੂ ਦਾ ਸ਼ਬਦ ਜਾਂ ਚੰਗੇ ਗੁਣ ਹੋਣਗੇ ਨਾ ਸਾਧ ਸੰਗਤ, ਉਹੀ ਪੂਰਨ ਤੌਰ ਤੇ ਸਫਲ ਹੋ ਸਕਦਾ ਹੈ। ਰਾਮ ਨਾਮ ਬਿਨ ਜੀਵਨ ਮਨ ਹੀਨਾ, ਨਾਮ ਦੇ ਸਿਮਰਨ ਕਰ ਜਾਨਾ, ਜਗ ਜੀਵਨ ਸਿਉ ਜੀਓ ਸਮਾਨਾ। ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਇਨਸਾਨ ਹੈ, ਸਤਿਗੁਰੂ ਜੀ ਕਹਿੰਦੇ ਨੇ, ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਉਹ ਇਨਸਾਨ ਸਫਲ ਹੋ ਸਕਦਾ ਹੈ। ਤੇ ਸਾਧ ਸੰਗਤ ਇਹੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਸਾਨੂੰ ਸਮਝਾਈ ਹੈ। ਕਹਿੰਦੇ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਕ੍ਰੀਏਟ ਕੀਤਾ ਹੈ, ਉਹ ਸਾਰਿਆਂ ਦਾ ਮਾਲਕ ਹੈ। ਤੇ ਜਦੋਂ ਉਸ ਮਾਲਕ ਦੇ ਹੁਕਮ ਦੇ ਵਿੱਚ ਚੱਲਿਆ ਜਾਵੇ, ਸੇਵਤ ਰਹੇ, ਜਦੋਂ ਉਹਦੇ ਹੁਕਮ ਦੇ ਵਿੱਚ ਚੱਲਾਂਗੇ, ਜਦੋਂ ਉਹਦੀ ਸੇਵਾ ਕਰਾਂਗੇ, ਸੇਵਾ ਕਰਨ ਦਾ ਭਾਵ ਉਹਦੇ ਹੁਕਮ ਦੇ ਵਿੱਚ ਚੱਲਣਾ, ਉਹਦੀ ਬੰਦਗੀ ਦੇ ਵਿੱਚ ਜੁੜ ਜਾਣਾ, ਉਹਦੇ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਣਾ। ਜਿਹੜਾ ਚੱਲਣਾ ਸ਼ੁਰੂ ਕਰ ਦਿੰਦਾ ਹੈ ਹੁਕਮ ਦੇ ਵਿੱਚ, ਸਤਿਗੁਰੂ ਜੀ ਕਹਿੰਦੇ ਸੇਵਤ ਰਹੇ ਚਿੱਤ ਜਿਨ ਕਾ ਲਾਗਾ। ਜਿਨ੍ਹਾਂ ਦਾ ਚਿੱਤ, ਜਿਨ੍ਹਾਂ ਦਾ ਮਨ, ਜਿਨ੍ਹਾਂ ਦਾ ਹਿਰਦਾ ਉਸ ਪ੍ਰਮਾਤਮਾ ਦੇ ਨਾਲ ਜੁੜ ਗਿਆ, ਸਾਹਿਬ ਜੀ ਕਹਿੰਦੇ ਆਇਆ ਤਿਨ ਕਾ ਸਫਲ ਪਿਆ। ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਗਿਆ। ਸੰਸਾਰਿਕ ਤੌਰ ਤੇ ਵੀ ਉਹ ਸਫਲਤਾ ਦੇ ਮੁਕਾਮ ਨੂੰ ਪ੍ਰਾਪਤ ਕਰ ਗਏ, ਤੇ ਆਤਮਿਕ ਤੌਰ ਤੇ ਵੀ ਉਹਨਾਂ ਦਾ ਜੀਵਨ ਸਫਲ ਹੋ ਗਿਆ। ਨਾ ਉਹ ਸੰਸਾਰਿਕ ਤੌਰ ਤੇ ਫੇਲ ਹੋਏ ਤੇ ਨਾ ਹੀ ਉਹ ਆਤਮਿਕ ਤੌਰ ਤੇ ਫੇਲ ਹੋਏ, ਉਹਨਾਂ ਦਾ ਜੀਵਨ ਸਫਲ ਹੋ ਗਿਆ। ਇਹ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਜਿੱਥੇ ਆਪਾਂ ਮੋਟੀਵੇਟ ਕਰਦੇ ਨਾ ਪੜ੍ਹਨ ਵਾਸਤੇ, ਸਾਧ ਸੰਗਤ, ਉੱਥੇ ਉਹਨਾਂ ਦੇ ਅੰਦਰ ਕੁਝ ਚੰਗੇ ਗੁਣ ਵੀ ਆਪਾਂ ਜ਼ਰੂਰ ਭਰੀਏ।
ਉਹਨਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜੀਏ, ਤਾਂ ਕਿ ਉਹ ਧਰਮੀ ਇਨਸਾਨ ਬਣ ਕੇ ਜਦੋਂ ਕਿਸੇ ਚੰਗੀ ਪੋਸਟ ਦੇ ਉੱਤੇ ਪਹੁੰਚਣ ਤੇ ਫਿਰ ਕਿਸੇ ਦਾ ਹੱਕ ਨਾ ਮਾਰਨ, ਕਿਸੇ ਦੇ ਗਰੀਬ ਮਾਰ। ਜਿਹੜੇ ਗੁਰੂ ਨਾਨਕ ਸਾਹਿਬ ਨੇ 3 ਗੁਣ ਦਿੱਤੇ ਨੇ ਭਾਈ ਭੂਮੀਏ ਨੂੰ, ਉਹ 3 ਗੁਣ ਉਹਨਾਂ ਦੇ ਅੰਦਰ ਬੈਠੇ ਜ਼ਰੂਰ ਹੋਣ। ਜੇ ਉਹ ਚੰਗੀ ਪੋਸਟ ਤੇ ਬੈਠੇ ਹੋਏ ਨੇ, ਜਿੱਥੇ ਉਹਨਾਂ ਦੇ ਕੋਲ ਕੰਟਰੋਲ ਹੈ, ਉੱਥੇ ਪਹੁੰਚ ਕੇ ਉਹ ਬੱਚੇ ਜਿਹੜੇ ਨੇ ਨਾ, ਉਹ ਕਿਸੇ ਦਾ ਹੱਕ ਨਹੀਂ ਮਾਰਨਗੇ, ਸੱਚ ਹੀ ਬੋਲਣਗੇ, ਝੂਠ ਦਾ ਸਾਥ ਨਹੀਂ ਦੇਣਗੇ। ਤੇ ਲੂਣ ਖਾ ਕੇ, ਜਿਸ ਮਾਲਕ ਦਾ ਫਿਰ ਉਹ ਲੂਣ ਖਾਣਗੇ, ਉਹਦੇ ਨਾਲ ਉਹ ਕਦੇ ਵੀ ਵਿਸ਼ਵਾਸਘਾਤ ਨਹੀਂ ਕਰਨਗੇ। ਤੇ ਇਹੀ ਸਫਲਤਾ ਦੀ ਅਸਲੀ ਪਹਿਚਾਣ ਹੈ। ਇਸ ਨੂੰ ਹੀ ਸਹੀ ਅਰਥਾਂ ਦੇ ਵਿੱਚ ਸਫਲਤਾ ਕਿਹਾ ਜਾਂਦਾ ਹੈ, ਇਸੇ ਨੂੰ ਹੀ ਸਹੀ ਅਰਥਾਂ ਦੇ ਵਿੱਚ ਸਫਲ ਇਨਸਾਨ ਕਿਹਾ ਜਾਂਦਾ ਹੈ। ਸੋ ਹੁਣ ਡਿਪੈਂਡ ਸਾਡੇ ਤੇ ਕਰਦਾ ਹੈ ਕਿ ਕੇਵਲ ਅਸੀਂ ਆਪਣੇ ਬੱਚਿਆਂ ਨੂੰ ਸੰਸਾਰਿਕ ਤੌਰ ਤੇ ਸਫਲ ਦੇਖਣਾ ਚਾਹੁੰਦੇ ਹਾਂ, ਉਸ ਤਰੀਕੇ ਦੇ ਜਿਹੜੇ ਕਿਸੇ ਦਾ ਹੱਕ ਮਾਰ ਕੇ ਜਾਂ ਕਿਸੇ ਨੂੰ ਧੋਖਾ ਦੇ ਕੇ ਜਾਂ ਝੂਠ ਬੋਲ ਕੇ ਸਫਲਤਾ ਤੱਕ ਪਹੁੰਚੇ ਹੋਏ ਨੇ, ਕਿ ਜਾਂ ਇਸ ਤਰੀਕੇ ਦੇ ਸਫਲ ਦੇਖਣਾ ਚਾਹੁੰਦੇ ਆ, ਚਾਹੇ ਉਹਨਾਂ ਦੇ ਕੋਲ ਦੁਨਿਆਵੀ ਤੌਰ ਤੇ ਪਦਾਰਥ ਘੱਟ ਹੋਣ, ਮਾਇਆ ਘੱਟ ਹੋਵੇ, ਪਰ ਚੰਗੇ ਗੁਣ ਉਹਨਾਂ ਦੇ ਅੰਦਰ ਹੋਣ। ਕਿ ਇਸ ਤਰ੍ਹਾਂ ਦੀ ਸਫਲਤਾ ਅਸੀਂ ਚਾਹੁੰਦੇ ਆ, ਕਿ ਜਾਂ ਕੇਵਲ ਸੰਸਾਰਿਕ ਤੌਰ ਤੇ ਝੂਠ ਬੋਲ ਕੇ ਪ੍ਰਾਪਤ ਕੀਤੀ ਹੋਈ, ਧੋਖਾ ਦੇ ਕੇ ਪ੍ਰਾਪਤ ਕੀਤੀ ਹੋਈ ਸਫਲਤਾ ਚਾਹੁੰਦੇ ਆ। ਇਹ ਡਿਪੈਂਡ ਸਾਡੇ ਤੇ ਕਰਦਾ ਹੈ। ਤੇ ਮੈਨੂੰ ਆਸ ਹੈ ਕਿ ਹਰ ਇੱਕ ਇਨਸਾਨ ਜਿਹੜਾ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੈ, ਉਹਦੇ ਮਨ ਦੀ ਇਹੀ ਖੁਆਇਸ਼ ਹੋਏਗੀ ਕਿ ਮੇਰੇ ਬੱਚੇ ਜਿੱਥੇ ਪੜ੍ਹ ਲਿਖ ਕੇ ਚੰਗੀ ਪੋਸਟ ਤੇ ਪਹੁੰਚਣ, ਉਹ ਸਫਲਤਾ ਪ੍ਰਾਪਤ ਕਰਨ, ਤੇ ਆਤਮਿਕ ਤੌਰ ਤੇ ਵੀ ਉਹਨਾਂ ਦੇ ਕੋਲ ਚੰਗੇ ਗੁਣ ਹੋਣ, ਤਾਂ ਕਿ ਹਰ ਕੋਈ ਇਨਸਾਨ ਉਹਨਾਂ ਵੱਲ ਦੇਖ ਕੇ ਇੰਸਪੀਰੇਸ਼ਨ ਲੈ ਸਕੇ, ਮੋਟੀਵੇਟ ਹੋ ਸਕੇ ਕਿ ਜੇਕਰ ਸਫਲਤਾ ਪ੍ਰਾਪਤ ਕਰਨੀ ਹੋਵੇ ਤੇ ਉਸ ਇਨਸਾਨ ਵਰਗੀ ਕਰਨੀ ਹੈ, ਜਿਹੜਾ ਕਿਸੇ ਦਾ ਹੱਕ ਨਹੀਂ ਮਾਰਦਾ, ਝੂਠ ਨਹੀਂ ਬੋਲਦਾ, ਤੇ ਨਮਕ ਖਾ ਕੇ, ਲੂਣ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਦਾ। ਸੋ ਸਾਧ ਸੰਗਤ, ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਹੈ। ਸਤਿਗੁਰਾਂ ਦੇ ਅੱਗੇ ਅਰਦਾਸ ਕਰੀਏ, ਮਾਲਕ ਜੀ ਕਿਰਪਾ ਕਰੋ, ਚਾਹੇ ਥੋੜਾ ਮਿਲ ਜਾਏ, ਚਾਹੇ ਥੋੜਾ ਖਾਣ ਨੂੰ ਮਿਲੇ, ਪਰ ਉਸ ਥੋੜੇ ਦੇ ਵਿੱਚ ਵੀ ਆਨੰਦ ਹੋਵੇ, ਉਹ ਥੋੜਾ ਇਮਾਨਦਾਰੀ ਦੇ ਨਾਲ ਕਮਾਇਆ ਹੋਵੇ। ਤੇ ਜਦੋਂ ਐਸੀ ਸੈਟਿਸਫੈਕਸ਼ਨ ਅੰਦਰ ਆ ਜਾਏਗੀ ਨਾ, ਤੇ ਸਾਧ ਸੰਗਤ ਫਿਰ ਦੁਨੀਆ ਦਾ ਹਰ ਇੱਕ ਇਨਸਾਨ ਸਫਲ ਹੋ ਜਾਏਗਾ। ਗੁਰੂ ਰਹਿਮਤ ਕਰੇ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।